का खालसा वाहिगुरु जी की फतेह। राग आसा महला पहला। ਇਹਦੇ ਤੋਂ ਪਹਿਲਾ ਜਿਹੜਾ ਸ਼ਬਦ ਹੈ ਜਿੱਥੋਂ ਸੋਹਿਲਾ ਸਾਹਿਬ ਬਾਣੀ ਆਰੰਭ ਹੁੰਦੀ ਹੈ ਉਹਦਾ ਜਿਹੜਾ ਸ਼ਬਦ ਹੈ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਉਹ ਵੇਖੋ ਉਹ ਗੌੜੀ ਦੀਪਕੀ ਦੇ ਵਿੱਚ ਹੈ। ਸੋਹਿਲਾ ਰਾਗ ਗੌੜੀ ਦੀਪਕੀ। ਪਰ ਇਹ ਜਿਹੜਾ ਦੂਸਰਾ ਸ਼ਬਦ ਹੈ ਇਹ ਆਸਾ ਰਾਗ ਦੇ ਵਿੱਚ ਸ਼ਬਦ ਹੈ। ਔਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਗੇ ਦਰਸ਼ਨ ਕਰੋਗੇ ਨਾ ਤੇ ਇਹ ਜਿਹੜਾ ਸ਼ਬਦ ਹੈ ਇਹ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ, ਇੱਥੇ ਦੂਸਰੀ ਵਾਰ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਉਂਦਾ ਹੈ ਆਸਾ ਰਾਗ ਦੇ ਵਿੱਚ, ਥੋੜ੍ਹੇ ਬਹੁਤੇ ਡਿਫਰੈਂਸ ਦੇ ਨਾਲ, ਥੋੜ੍ਹੇ ਬਹੁਤੇ ਫਰਕ ਦੇ ਨਾਲ। ਅਰਥ ਲਗਭਗ ਸੇਮ ਰਹਿੰਦੇ ਨੇ। ਲਿਖਤ ਦੇ ਵਿੱਚ ਇਸ ਕਰਕੇ ਥੋੜ੍ਹਾ ਬਹੁਤਾ ਬਦਲਾਅ ਕਰ ਦਿੱਤਾ ਜਾਂਦਾ ਹੈ, ਜੋ ਵਿਦਵਾਨਾਂ ਦੀ ਵਿਚਾਰ ਹੈ ਕਿ ਪੜ੍ਹਨ ਵਾਲਾ ਜਿਹੜਾ ਹੈ ਉਹ ਧਿਆਨ ਦੇ ਨਾਲ ਪੜ੍ਹੇ, ਕਿਉਂਕਿ ਅਕਸਰ ਜਿਹੜਾ ਸ਼ਬਦ ਸਾਨੂੰ ਯਾਦ ਹੁੰਦਾ ਹੈ ਸਾਨੂੰ ਇੰਝ ਲੱਗਣ ਲੱਗ ਪੈਂਦਾ ਕਿ ਹਾਂ ਇਹ ਤਾਂ ਸਾਨੂੰ ਯਾਦ ਹੈ, ਅਸੀਂ ਰਿਲੈਕਸ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਤੇ ਫਿਰ ਕਿਸੇ ਵੇਲੇ ਕੀ ਹੁੰਦਾ ਵੀ ਅਸੀਂ ਧਿਆਨ ਵੀ ਨਹੀਂ ਦਿੱਤਾ ਹੁੰਦਾ ਅਤੇ ਉਹ ਸ਼ਬਦ ਅਕਸਰ ਗਲਤ ਪੜ੍ਹਿਆ ਜਾ ਰਿਹਾ ਹੁੰਦਾ। ਜਿਸ ਤਰ੍ਹਾਂ ਬਹੁਤੀ ਵਾਰ ਅਸੀਂ ਧਿਆਨ ਨਾ ਦਈਏ ਅਤੇ ਸਾਨੂੰ ਸੋਦਰ ਦੇ ਸ਼ਬਦ ਜਪਜੀ ਸਾਹਿਬ ਵਾਲੇ ਦੇ ਵਿੱਚ ਅਤੇ ਨਾ ਧਿਆਨ ਦਈਏ ਅਤੇ ਸੋਦਰ ਦੇ ਸ਼ਬਦ ਜਿਹੜਾ ਅਸੀਂ ਰਹਿਰਾਸ ਸਾਹਿਬ ਦੇ ਵੇਲੇ ਪੜ੍ਹਦੇ ਹਾਂ, ਬਹੁਤੀ ਵਾਰ ਫਰਕਾਂ ਦਾ ਪਤਾ ਨਹੀਂ ਲੱਗਦਾ। ਪਰ ਅਸਲ ਦੇ ਵਿੱਚ ਇਸ ਸ਼ਬਦ ਦੇ ਵਿੱਚ ਅਤੇ ਜਪਜੀ ਸਾਹਿਬ ਵਾਲੇ ਸ਼ਬਦ ਦੇ ਵਿੱਚ ਘੱਟੋ ਘੱਟ 52 ਜਾਂ 53 ਜਿਹੜੇ ਸ਼ਬਦ ਨੇ ਉਹਨਾਂ ਦਾ ਫਰਕ ਹੈ। ਔਰ ਓਡੇ ਇੱਕ ਸ਼ਬਦ ਦੇ ਵਿੱਚ ਜੇ 52 ਜਾਂ 53 ਸ਼ਬਦਾਂ ਨੂੰ ਅਸੀਂ ਧਿਆਨ ਦੇ ਵਿੱਚ ਨਹੀਂ ਰੱਖਦੇ ਪਏ ਅਤੇ ਫਿਰ ਅਸੀਂ ਸੋਚ ਸਕਦੇ ਹਾਂ ਵੀ ਚਲੋ ਜੇ ਸਾਰਾ ਨਹੀਂ ਤਾਂ ਬਹੁਤੀਆਂ ਨਹੀਂ, ਅਤੇ ਉਹਦੇ ਵਿੱਚੋਂ ਫਿਰ 25-30 ਗਲਤੀਆਂ ਤਾਂ ਆਮ ਹੋ ਜਾਂਦੀਆਂ ਨੇ ਜੇ ਅਸੀਂ ਧਿਆਨ ਦੇ ਨਾਲ ਨਹੀਂ ਪੜ੍ਹਦੇ ਪਏ। ਇਹ ਗੁਰਬਾਣੀ ਦੀ ਲਿਖਤ ਨੂੰ ਵੇਖ ਕੇ ਪਾਠ ਕਰਨ ਦੀ ਆਦਤ ਹੈ ਵੀ ਅਸੀਂ ਜੋ ਪੜ੍ਹਦੇ ਪਏ ਹਾਂ ਉਹਨੂੰ ਚੰਗੀ ਤਰ੍ਹਾਂ ਵੇਖਦੇ ਪਏ ਹਾਂ। ਇਹਨੂੰ ਸਹਿਜ ਪਾਠ ਕਰਦਿਆਂ ਜ਼ਿਆਦਾ ਵਧੀਆ ਵਿਚਾਰਿਆ ਜਾ ਸਕਦਾ ਹੈ, ਪਰ ਅਸੀਂ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਸ਼ਬਦ ਹੈ ਜੀ ਰਾਗ ਆਸਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਚੌਥਾ ਰਾਗ ਹੈ, ਗੌੜੀ ਰਾਗ ਤੀਸਰਾ ਹੈ, ਚੌਥਾ ਰਾਗ ਆਸਾ ਹੈ। 2 ਸਮੇਂ ਇਹ ਰਾਗ ਗਾਇਆ ਜਾਂਦਾ ਹੈ, ਇੱਕ ਸਵੇਰ ਵੇਲੇ ਅਤੇ ਇੱਕ ਸ਼ਾਮ ਵੇਲੇ। ਤੁਸੀਂ ਕਿਤੇ ਵੀ ਵੇਖੋਗੇ ਸੋਦਰ ਦੀ ਜਿਹੜੀ ਚੌਂਕੀ ਪੜ੍ਹੀ ਜਾਂਦੀ ਹੈ ਉਹ ਵੀ ਆਸਾ ਰਾਗ ਦੇ ਵਿੱਚ ਪੜ੍ਹੀ ਜਾਂਦੀ ਹੈ, ਜੋ ਹਰ ਜੁਗ ਜੁਗ ਭਗਤ ਉਪਾਇਆ ਵਾਲਾ ਸ਼ਬਦ ਪੜ੍ਹਿਆ ਜਾਂਦਾ। ਇਹ ਕੀਰਤਨ ਦੀ ਵਿੱਦਿਆ ਦੇ ਨਾਲ ਸੰਬੰਧਿਤ ਗੱਲ ਹੈ। ਰਾਗ ਆਸਾ, ਆਸਾ ਰਾਗ ਦਾ ਇਹ ਸ਼ਬਦ ਹੈ। ਮਹਿਲਾ ਪਹਿਲਾ, ਇਹਦਾ ਭਾਵ ਇਹ ਹੋ ਗਿਆ ਜੀ ਇਹ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਰਾਗ ਆਸਾ ਮਹਿਲਾ ਪਹਿਲਾ, 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਅਸੀਂ ਰਹਾਉ ਵਾਲੀ ਪੰਕਤੀ ਤੋਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਸਾਡਾ ਧਿਆਨ ਫਿਰ ਉਹ ਪਹਿਲੀ ਗੱਲ ਦੇ ਵਾਲੀ ਦਿਵਾ ਰਹੇ ਨੇ ਜੋ ਉਹਨਾਂ ਨੇ ਪਹਿਲੇ ਸ਼ਬਦ ਦੇ ਵਿੱਚ ਕਿਹਾ ਹੈ ਸਾਨੂੰ। ਪਹਿਲੇ ਸ਼ਬਦ ਦੇ ਵਿੱਚ ਮਹਾਰਾਜ ਨੇ ਇਹ ਗੱਲ ਕਹੀ ਕਿ ਜਿਸ ਘਰ ਦੇ ਵਿੱਚ ਰੱਬ ਦੀ ਕੀਰਤੀ ਗਾਈ ਜਾਂਦੀ ਹੈ ਤੂੰ ਵੀ ਉੱਥੇ ਬੈਠ ਕੇ ਤੇ ਰੱਬ ਦੀ ਕੀਰਤ ਕਰਿਆ ਕਰ। ਜਿਸ ਘਰ ਦੇ ਵਿੱਚ ਰੱਬ ਨੂੰ ਗਾਇਆ ਜਾਂਦਾ ਹੈ ਤੂੰ ਵੀ ਉੱਥੇ ਬੈਠ ਕੇ ਤੇ ਰੱਬ ਨੂੰ ਗਾਇਆ ਕਰ। ਇਹਦਾ ਮਤਲਬ ਕੀ ਹੋ ਗਿਆ ਕਿ ਜਿਸ ਸੰਗਤ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਤੂੰ ਵੀ ਉੱਥੇ ਬੈਠ ਕੇ ਬਾਣੀ ਪੜ੍ਹਿਆ ਕਰ। ਜਿਸ ਸੰਗਤ ਦੇ ਵਿੱਚ ਬੈਠ ਕਰਕੇ ਸੇਵਾ ਕਰਨੀ ਸਿੱਖੀ ਜਾਂਦੀ ਹੈ ਤੂੰ ਵੀ ਉੱਥੇ ਬੈਠ ਕੇ ਤੇ ਸੇਵਾ ਕਰਨੀ ਸਿੱਖ। ਜਿਸ ਸੰਗਤ ਦੇ ਵਿੱਚ ਬੈਠ ਕੇ ਰੱਬ ਦੇ ਗੁਣ ਗਾਏ ਜਾਂਦੇ ਨੇ ਤੂੰ ਵੀ ਉਹਨਾਂ ਗੁਣਾਂ ਨੂੰ ਸੰਗਤ ਦੇ ਵੱਲ ਵੇਖ ਕੇ ਤੇ ਗਾਉਣਾ ਸਿੱਖ। ਇਸ ਕਰਕੇ ਸੰਗਤ ਜ਼ਰੂਰੀ ਹੈ ਤੇਰੇ ਲਈ। ਸਤਿਗੁਰੂ ਉੱਥੇ ਗੱਲ ਸ਼ੁਰੂ ਕਰਦੇ ਨੇ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਤੂੰ ਉੱਥੇ ਬੈਠ ਕੇ ਤੇ ਮਾਲਕ ਦੀ ਉਸਤਤ ਦੇ ਗੀਤ ਗਾ। ਹੁਣ ਇੱਥੇ ਸਤਿਗੁਰੂ ਕੀ ਕਹਿ ਰਹੇ ਨੇ? ਬਾਬਾ। ਇੱਥੇ ਹੁਣ ਬਾਬਾ ਸੰਬੋਧਨ ਹੈ, ਭਾਈ ਐ ਵੀਰ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੇਖੋਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਖਾਸ ਕਰਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਿਹਦੇ ਵਿੱਚ ਇਹ ਸ਼ਬਦ ਬੜੇ ਆਉਣਗੇ, ਭਾਈ ਰੇ ਵੀਰ, ਜਾਂ ਇੱਥੋਂ ਸ਼ਬਦ ਆਵੇਗਾ ਆਵੋ ਭੈਣੇ ਜਾਂ ਆਵੋ ਭੈਣੋ, ਜਾਂ ਇੱਥੋਂ ਤੁਸੀਂ ਇਹ ਸ਼ਬਦ ਵੇਖੋ ਬਾਬਾ, ਐ ਭਾਈ ਐ ਵੀਰ। ਬਾਬਾ ਵੈਸੇ ਨਾ ਸਤਿਕਾਰ ਦਾ ਸ਼ਬਦ ਹੈ। ਆਪਣੇ ਤੋਂ ਜਦੋਂ ਕਿਸੇ ਵੱਡੇ ਨੂੰ ਸ਼ਬਦ ਬੋਲਿਆ ਜਾਂਦਾ ਤਾਂ ਅਸੀਂ ਬਾਬਾ ਸ਼ਬਦ ਕਹਿੰਦੇ। ਸਤਿਗੁਰੂ ਕਹਿ ਰਹੇ ਨੇ ਬਾਬਾ
ਐ ਭਰਾ ਐ ਵੀਰ, ਜੈ ਘਰ ਜਿਸ ਘਰ ਦੇ ਵਿੱਚ, ਘਰ ਦਾ ਮਤਲਬ ਸੰਗਤ ਦੇ ਵਿੱਚ, ਜੈ ਘਰ ਕਰਤੇ ਕੀਰਤ ਹੋਏ, ਕਰਤੇ ਦੀ ਕੀਰਤੀ ਗਾਈ ਜਾ ਰਹੀ ਹੈ। ਅਸੀਂ ਕੱਲ੍ਹ ਵੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਸੰਗਤ ਦਾ ਮਤਲਬ ਹੀ ਉਹ ਹੈ ਜਿੱਥੇ ਵਾਹਿਗੁਰੂ ਦੇ ਨਾਮ ਦੀ ਗੱਲ ਕੀਤੀ ਜਾ ਰਹੀ ਹੈ, ਜਿੱਥੇ ਬੰਦਿਆਂ ਨੂੰ ਖੁਸ਼ ਕੀਤਾ ਜਾ ਰਿਹਾ ਹੈ, ਭਾਵੇਂ ਉਹ ਧਾਰਮਿਕ ਅਸਥਾਨ ਹੋਵੇ ਅਤੇ ਭਾਵੇਂ ਆਮ ਇਕੱਠ ਹੋਵੇ, ਕੋਈ ਬਹੁਤਾ ਫਰਕ ਨਹੀਂ ਰਹਿ ਜਾਂਦਾ। ਸਤਿਗੁਰੂ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਕੇਵਲ ਅਤੇ ਕੇਵਲ ਵਾਹਿਗੁਰੂ ਦੀ ਗੱਲ ਕੀਤੀ ਜਾ ਰਹੀ ਹੈ। ਖੁਸ਼ਾਮਦਾਂ ਤਾਂ ਕਿਤੇ ਵੀ ਹੋ ਸਕਦੀਆਂ ਨੇ, ਸੰਗਤ ਸਿਰਫ ਇਸ ਕਰਕੇ ਹੈ ਜਿੱਥੇ ਰੱਬ ਦੇ ਪਿਆਰੇ ਬੈਠ ਕੇ ਅਤੇ ਵਾਹਿਗੁਰੂ ਦੇ ਵੱਲ ਜਿਨ੍ਹਾਂ ਦਾ ਧਿਆਨ ਜਾਂਦਾ ਹੈ। ਜੈ ਘਰ ਜਿਸ ਸਤਸੰਗ ਘਰ ਦੇ ਵਿੱਚ, ਜਿਸ ਗੁਰੂ ਘਰ ਦੇ ਵਿੱਚ ਕਰਤੇ ਕੀਰਤ ਹੋਏ, ਕਰਤੇ ਦੀ ਕੀਰਤੀ ਹੁੰਦੀ ਹੈ ਨਾ, ਰੱਬ ਦੀ ਸਿਫਤ ਗਾਈ ਜਾ ਰਹੀ ਹੈ। ਸਤਿਗੁਰੂ ਕਹਿੰਦੇ ਤੂੰ ਕੀ ਕਰ, ਸੋ ਘਰ ਰਾਖ ਵਡਾਈ ਤੋਏ, ਤੂੰ ਉਸ ਘਰ ਨੂੰ ਬਸ ਸੰਭਾਲ ਕੇ ਰੱਖ। ਇਹਦਾ ਮਤਲਬ ਕੀ ਹੈ? ਤੇਰੀ ਜ਼ਿੰਦਗੀ ਦੀ ਰੂਟੀਨ ਦੇ ਵਿੱਚੋਂ ਸੰਗਤ ਨਹੀਂ ਨਿਕਲਣੀ ਚਾਹੀਦੀ। ਗੁਰਮਤ ਦੇ ਦੋ ਪਿੱਲਰ ਨੇ ਜਿਨ੍ਹਾਂ ਦੇ ਉੱਤੇ ਗੁਰਮਤ ਖੜਦੀ ਹੈ, ਉਹ ਇੱਕ ਹੈ ਸੇਵਾ ਅਤੇ ਇੱਕ ਹੈ ਸਿਮਰਨ। ਦੋਵਾਂ ਦੇ ਵਿੱਚੋਂ ਇੱਕ ਵੀ ਘੱਟ ਹੈ ਅਤੇ ਕਦੀ ਵੀ ਸਿੱਖੀ ਦੀ ਬਿਲਡਿੰਗ ਤਿਆਰ ਨਹੀਂ ਹੁੰਦੀ ਸਾਡੇ ਉੱਤੇ। ਦੂਸਰਾ ਪਾਸਾ, ਇਹ ਦੋਵੇਂ ਤਾਂ ਬਣਨਗੀਆਂ ਜੇ ਇਹਨਾਂ ਦਾ ਰੂਟ ਜਿਹੜਾ ਹੈ ਉਹ ਸੰਗਤ ਸਾਡੇ ਕੋਲ ਨੇ, ਤਾਂ ਦੋਵੇਂ ਨਹੀਂ ਬਣਦੀਆਂ, ਦੋਵੇਂ ਹੰਕਾਰ ਕਰਾ ਦੇਣਗੀਆਂ। ਸੰਗਤ ਤੋਂ ਬਿਨਾਂ ਕੀਤਾ ਸਿਮਰਨ ਅਤੇ ਸੰਗਤ ਤੋਂ ਬਿਨਾਂ ਕੀਤੀ ਸੇਵਾ ਵੀ ਬੰਦਾ ਆਪਣੀ ਮਰਜ਼ੀ ਦੀ ਅਰਥ ਬਣਾਈ ਜਾਂਦਾ ਵੀ ਨਹੀਂ, ਜੋ ਮੈਂ ਕਰਦਾ ਪਿਆ ਠੀਕ ਕਰਦਾ ਪਿਆ। ਇੰਡੀਵਿਜੂਅਲ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਕੱਲਾ ਬੰਦਾ ਸੇਵਾ ਕਰ ਸਕਦਾ ਹੈ, ਇਕੱਲਾ ਸਿਮਰਨ ਵੀ ਕਰ ਸਕਦਾ ਹੈ, ਪਰ ਜੇ ਸੰਗਤ ਵਿੱਚ ਸਿੱਖੇ ਤੋਂ ਬਿਨਾਂ ਕਰਦਾ ਪਿਆ ਹੈ ਤਾਂ ਉਹ ਆਪਣੀ ਦੁਨੀਆ ਦਾ ਆਪ ਹੀ ਬਾਦਸ਼ਾਹ ਬਣਿਆ ਫਿਰਦਾ ਵੀ ਜੋ ਮੈਂ ਕਰਦਾ ਪਿਆ ਹੈ ਉਹੀ ਸਾਰਾ ਕੁਝ ਸਹੀ ਹੈ। ਜਿੱਦਾਂ ਬਹੁਤਿਆਂ ਨੂੰ ਵਹਿਮ ਹੋਣ ਲੱਗ ਪੈਂਦਾ। ਵਡਾਈ ਤੋਏ, ਤੇਰੀ ਵਡਿਆਈ ਇਸ ਗੱਲ ਦੇ ਵਿੱਚ ਹੈ। ਕਿਸ ਗੱਲ ਦੇ ਵਿੱਚ? ਸੋ ਘਰ ਰਾਖ, ਵੀ ਤੂੰ ਉਸ ਘਰ ਨੂੰ ਸੰਭਾਲ ਕੇ ਰੱਖ। ਸੌਖੇ ਅਰਥ ਇਹਦੇ ਇਹ ਬਣ ਗਏ ਵੀ ਭਾਈ ਜਿਸ ਸੰਗਤ ਦੇ ਵਿੱਚ ਰੱਬ ਦੀ ਉਸਤਤ ਗਾਈ ਜਾਂਦੀ ਹੈ ਨਾ, ਤੂੰ ਇਸ ਗੱਲ ਦੀ ਕੋਸ਼ਿਸ਼ ਕਰ, ਤੇਰੀ ਵਡਿਆਈ ਇਸ ਗੱਲ ਦੇ ਵਿੱਚ ਹੈ ਕਿ ਤੇਰੇ ਕੋਲੋਂ ਉਸ ਘਰ ਦੀ ਸੰਗਤ ਮਿਸ ਨਾ ਹੋਵੇ, ਤੂੰ ਸੰਗਤ ਨਹੀਂ ਛੱਡਣੀ। ਹੁਣ ਮੈਂ ਇਹ ਕਹਿ ਦੇਵਾਂ, ਜੇ ਸਾਨੂੰ ਕੋਈ ਇਹ ਕਵੇ ਵੀ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ ਵੀ ਗੁਰਦੁਆਰੇ ਆਓ, ਅਤੇ ਆਹ ਵੇਖੋ ਤੁਹਾਡੇ ਸਾਹਮਣੇ ਪੰਕਤੀ ਹੈ, ਔਰ ਸਾਡੇ ਨਿਤਨੇਮ ਦੇ ਵਿੱਚ ਪੰਕਤੀ ਹੈ, ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ। ਇਹ ਸਾਡੇ ਸਾਹਮਣੇ ਰੋਜ਼ ਦੇ ਨਿਤਨੇਮ ਦੀ ਪੰਕਤੀ ਹੈ। ਹੁਣ ਮੈਂ ਜੇ ਆਪ ਜੀ ਦੇ ਅੱਗੇ ਇਸ ਪਾਸੇ ਦੀ ਗੱਲ ਰੱਖਾਂ, ਗੁਰਦੁਆਰਾ ਨਾ ਛੱਡਿਆ ਜਾਵੇ, ਕੋਸ਼ਿਸ਼ ਹੋਵੇ। ਵੇਖੋ ਅਸੀਂ ਕਹਿ ਦਿੰਦੇ ਹਾਂ ਜੀ ਸਾਡਾ ਟਾਈਮ ਨਹੀਂ ਹੈ, ਸਾਡਾ ਟਾਈਮ ਨਹੀਂ ਹੈ। ਹੋ ਸਕਦਾ ਹਫ਼ਤੇ 'ਚ ਇੱਕ ਦਿਨ ਟਾਈਮ ਨਾ ਹੋਵੇ, 2 ਦਿਨ ਟਾਈਮ ਨਾ ਹੋਵੇ। ਇੰਨੇ ਵੀ ਅਸੀਂ ਇਸ ਇੰਡੀਆ ਦੇ ਵਿੱਚ ਬਿਜ਼ੀ ਨਹੀਂ ਹੈਗੇ ਵੀ ਅਸੀਂ ਇਹ ਕਹੀਏ ਵੀ ਸਾਡੇ ਕੋਲੋਂ ਬਿਲਕੁਲ ਹੀ ਟਾਈਮ ਨਹੀਂ ਹੈ। ਮੈਂ ਫਿਰ ਦੁਹਰਾ ਦੇਵਾਂ, ਹੋ ਸਕਦਾ ਹੈ ਸਾਡੇ ਕੋਲ ਇੱਕ ਦਿਨ ਹੇਠਾਂ ਉੱਤੇ ਚਲਾ ਗਿਆ, ਅੱਜ ਕੰਮ ਕਰਦਿਆਂ ਜ਼ਿਆਦਾ ਸਮਾਂ ਨਿਕਲ ਗਿਆ, ਨਹੀਂ ਮੈਂ ਆ ਸਕੇ, ਉਹ ਅਲੱਗ ਚੈਪਟਰ ਹੈ। ਪਰ ਜੇ ਕੋਈ ਕਹੇ ਵੀ ਮੇਰੇ ਕੋਲ 7 ਦਿਨ ਹੀ ਟਾਈਮ ਨਹੀਂ, ਮੇਰੇ ਕੋਲ 30 ਦੇ 30 ਦਿਨ ਹੀ ਟਾਈਮ ਨਹੀਂ, ਉਹ ਝੂਠ ਬੋਲਦਾ ਪਿਆ ਹੈ। ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ। ਉਹ ਬਹਾਨੇਬਾਜ਼ੀ ਹੈ, ਜਿੰਨੀ ਮਰਜ਼ੀ ਕਰੀ ਜਾਵੇ। ਉਹਦੇ ਵਿੱਚ ਮੈਂ ਵੀ ਆ ਜਾਂਦਾ, ਉਹਦੇ ਵਿੱਚ ਕੋਈ ਵੀ ਆ ਜਾਂਦਾ ਹੈ। ਸਤਿਗੁਰੂ ਕਹਿ ਰਹੇ ਨੇ ਇੱਕ ਕੰਮ ਕਰ, ਆਪਣੀ ਜ਼ਿੰਦਗੀ ਦੀ ਰੂਟੀਨ ਬਣਾ ਲੈ ਵੀ ਤੂੰ ਸੰਗਤ ਦੇ ਵਿੱਚ ਆਉਣਾ ਹੀ ਆਉਣਾ। ਇਹਨੂੰ ਭਾਵੇਂ ਕੋਈ ਕਿਸੇ ਪਾਸੇ ਤੋਂ ਸਮਝੇ, ਪਰ ਇੱਕ ਗੱਲ ਬੜੀ ਕਮਾਲ ਦੀ ਹੁੰਦੀ ਹੈ। ਜਿਨ੍ਹਾਂ ਬੰਦਿਆਂ ਨੂੰ ਪਤਾ ਹੋਵੇ ਨਾ ਵੀ ਅਸੀਂ ਸ਼ਾਮਾਂ ਨੂੰ ਗੁਰਦੁਆਰਾ ਸਾਹਿਬ ਆਉਣਾ ਹੈ, ਉਹ ਦਿਨ ਦੇ ਵਿੱਚ ਕੋਈ ਇੱਦਾਂ ਦਾ ਕੰਮ ਨਹੀਂ ਕਰਦੇ ਜਿਹਦੇ ਕਰਕੇ ਉਹ ਗੁਰਦੁਆਰੇ ਆਉਣ ਜੋਗੇ ਨਾ ਰਹਿਣ। ਇਹ ਉਹਨਾਂ ਦੀ ਮਾਨਸਿਕਤਾ ਹੁੰਦੀ ਹੈ। ਭਾਵੇਂ ਮੈਨੂੰ ਮਾफ़ ਕਰ ਦਿਓ, ਕਿਸੇ ਵੀ ਵੱਡੇ ਤੋਂ ਵੱਡਾ ਨਸ਼ੇ ਕਰਨ ਵਾਲਾ ਬੰਦਾ ਹੋਵੇ ਨਾ, ਉਹਨੂੰ ਪਤਾ ਨਾ ਕਿ ਮੈਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਆਉਣਾ, ਉਹ ਸਾਰਾ ਦਿਨ ਆਪਣੇ 'ਤੇ ਕੰਟਰੋਲ ਕਰਕੇ ਰੱਖਦਾ ਵੀ ਨਹੀਂ ਮੈਂ ਸ਼ਾਮਾਂ ਨੂੰ ਗੁਰਦੁਆਰੇ ਜਾਣਾ ਹੈ, ਇਸ ਕਰਕੇ ਮੈਂ ਇਹ ਕੰਮ ਨਹੀਂ ਕਰਾਂਗਾ। ਤੁਸੀਂ ਕਿਤੇ ਵੇਖ ਲੈਣਾ। ਇਹਦਾ ਮਤਲਬ ਸੰਗਤ ਨੇ, ਗੁਰਦੁਆਰੇ ਨੇ ਉਹਨੂੰ ਇੱਕ ਚੀਜ਼ ਦੇ ਦਿੱਤੀ ਹੈ, ਉਹਨੂੰ ਕੰਟਰੋਲ ਦੇ ਦਿੱਤਾ ਹੈ। ਉਹ ਵੱਖਰੀ ਗੱਲ ਹੈ ਵੀ ਜੇ ਸ਼ਾਮਾਂ ਤੱਕ ਸੰਜਮ ਰੱਖ ਸਕਦਾ ਤਾਂ ਸਵੇਰੇ ਵੀ ਰੱਖ ਸਕਦਾ ਹੈ, ਪਰ ਸੰਗਤ ਨੇ ਉਹਨੂੰ ਦਿੱਤਾ ਕੀ? ਜੇ ਕਵੇ ਨਾ ਵੀ ਸੰਗਤ ਦੇ ਵਿੱਚ ਆਇਆ ਬਣਿਆ ਕੀ, ਸੰਗਤ ਨੇ ਇਹਨੂੰ ਇੱਕ ਭੈ ਦਿੱਤਾ, ਇੱਕ ਡਰ ਦਿੱਤਾ ਵੀ ਤੂੰ ਇੱਥੇ ਆਉਣਾ ਹੈ ਅਤੇ ਉਹਦੇ ਤੋਂ ਪਹਿਲਾਂ ਤੂੰ ਇਹੋ ਜਿਹਾ ਕਰਮ ਨਹੀਂ ਕਰਨਾ ਜਿਹਦੇ ਕਰਕੇ ਤੂੰ ਆਉਣ ਜੋਗਾ ਨਹੀਂ ਰਵੇਂਗਾ। ਬੜਿਆਂ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੀ ਗੱਲ ਹੁੰਦੀ ਆ। ਸਾਡੇ ਨਾਲ ਕਈ ਇੱਦਾਂ ਦੀ ਸੰਗਤ ਦੇ ਬੰਦੇ ਮਿਲ ਜਾਂਦੇ ਨੇ। ਪਰ ਅਸੀਂ ਇੱਕ ਜੀਵਨ ਨੂੰ ਪੜ੍ਹਨਾ ਹੈ। ਸੰਗਤ ਕਿਉਂ ਨਹੀਂ ਛੱਡਣੀ ਚਾਹੀਦੀ? ਵੇਖੋ
ਸਾਡੇ ਕਮਾਲ ਦੇ ਬੜੇ ਬੰਦੇ ਨੇ, ਪਤਾ ਨਹੀਂ ਕਿੱਦਣ ਜ਼ਿੰਦਗੀ ਦੇ ਵਿੱਚ ਗੱਲ ਵਾਪਰ ਜਾਵੇ। ਇਹ ਨਾ ਤਾਂ ਮੇਰੇ ਹੱਥ ਦੇ ਵਿੱਚ ਹੈ ਅਤੇ ਨਾ ਕਿਸੇ ਹੋਰ ਦੇ ਹੱਥ ਦੇ ਵਿੱਚ ਹੈ ਵੀ ਮੈਂ ਆਇਆ ਹਾਂ ਅਤੇ ਉਦਣ ਹੀ ਕਿਰਪਾ ਵਾਪਰੇ। ਪਰ ਸਾਡੇ ਲਈ ਇੱਕੋ ਚੀਜ਼ ਹੈ, ਗੁਰੂ ਸਾਹਿਬ ਕਹਿ ਰਹੇ ਨੇ ਸਾਡੀ ਵਡਿਆਈ ਇਸ ਗੱਲ ਦੇ ਵਿੱਚ ਹੈ ਵੀ ਅਸੀਂ ਸੰਗਤ ਨਹੀਂ ਛੱਡਣੀ। ਕੀਰਤਨ ਦੀ ਸੰਗਤ ਹੋਵੇ, ਸੰਗਤ ਕਿਤੇ ਵੀ ਹੋ ਸਕਦੀ ਹੈ, ਵੈਸੇ ਜਿੱਥੇ ਦੋ ਸਿੱਖ ਮਿਲ ਕੇ ਰੱਬ ਦੀ ਗੱਲ ਕਰਦੇ ਪਏ ਨੇ ਉਹ ਵੀ ਸੰਗਤ ਹੈ। ਪਰ ਜੇ ਸੰਗਤ ਜਿਹੜੀ ਹੈ ਉਹ ਮੁੱਕਦੀ ਗੱਲ ਇਹ ਹੈ ਵੀ ਉੱਥੇ ਰੱਬ ਦੀ ਗੱਲ ਹੋ ਰਹੀ ਹੋਵੇ। ਜੇ ਮੇਰੇ ਵਰਗਾ ਗੁਰਦੁਆਰੇ ਆ ਕੇ ਗੇਮ ਖੇਡ ਕੇ ਮੁੜ ਗਿਆ ਅਤੇ ਉਹ ਇਹ ਥੋੜ੍ਹਾ ਕਹਿ ਸਕਦਾ ਵੀ ਮੈਂ ਗੁਰਦੁਆਰੇ ਸੰਗਤ ਕਰਕੇ ਆਇਆ, ਉਹ ਨਹੀਂ ਆਇਆ। ਇਹਦੇ ਨਾਲੋਂ ਤਾਂ ਫਿਰ ਉਹ ਜ਼ਿਆਦਾ ਬੰਦਾ ਹੈ, ਵਧੀਆ ਹੈ, ਜਿਹੜਾ ਘਰ ਦੇ ਵਿੱਚ ਬੈਠ ਕੇ ਆਪਣੇ ਪਰਿਵਾਰ ਦੇ ਮੈਂਬਰ ਦੇ ਨਾਲ ਬੈਠ ਕੇ ਜਿਹਨੇ ਰਹਿਰਾਸ ਸਾਹਿਬ ਦਾ ਪਾਠ ਕਰ ਲਿਆ, ਜਿਹਨੇ ਬੈਠ ਕੇ ਨਿਤਨੇਮ ਕਰ ਲਿਆ, ਰੱਬ ਦੀ ਕਿਸੇ ਕਥਾ ਨੂੰ ਸੁਣ ਲਿਆ ਉੱਥੇ ਬੈਠ ਕੇ, ਉਹ ਜ਼ਿਆਦਾ ਚੰਗਾ ਹੈ। ਫਿਰ 1918 ਦੇ ਲਗਭਗ ਦੀ ਇੱਕ ਗੱਲ ਹੈ, ਔਰ ਇਹ ਜਿਹੜੀ ਮੈਂ ਗੱਲ ਆਪ ਜੀ ਦੇ ਅੱਗੇ ਦੱਸ ਰਿਹਾ ਹਾਂ, ਮੇਰੀ ਜ਼ਿੰਦਗੀ ਦੇ ਵਿੱਚ ਇਹਨਾਂ ਬੰਦਿਆਂ ਦਾ ਬੜਾ ਪ੍ਰਭਾਵ ਹੈ। ਇਹਨਾਂ ਬੰਦਿਆਂ ਨੇ ਜ਼ਿੰਦਗੀ ਬਣਾਈ ਹੈ, ਜੇ ਕੁਝ ਬਣੀ ਹੈ ਤੇ, ਨਹੀਂ ਤਾਂ ਗਿਆਨ ਦੀਆਂ ਗੱਲਾਂ ਤਾਂ ਬਹੁਤ ਨੇ ਜ਼ਿੰਦਗੀ ਦੇ ਵਿੱਚ, ਕਦੀ ਕਿਤੋਂ ਪੜ੍ਹ ਲਈ, ਕਦੇ ਕਿਤੋਂ ਪੜ੍ਹ ਲਈ। ਇਹ ਗੱਲਾਂ ਕਹਿਣ ਸੁਣਨ ਵਾਲੀਆਂ ਨਹੀਂ ਹੁੰਦੀਆਂ। ਔਰ ਖਾਸ ਕਰਕੇ ਜਿਹੜੇ ਸਿੱਖੀ ਦੇ ਇੱਦਾਂ ਦੇ ਚਿੰਤਕ ਨੇ ਨਾ, ਜਿਹੜੇ ਕਹਿੰਦੇ ਨੇ ਵੀ ਤੁਸੀਂ ਗਿਆਨ ਤੋਂ ਉੱਤੇ ਉੱਠ ਕੇ ਤੇ ਕੁਝ ਗੱਲਾਂ ਕਰੋ, ਉਹਦੇ ਤੋਂ ਉੱਤੇ ਵੀ ਕੁਝ ਹੈ। ਉਹਨਾਂ ਦੀ ਜ਼ਿੰਦਗੀ ਜਿੰਨੀ ਵੀ ਬਣੀ ਹੈ ਉਹ ਗੁਰਦੁਆਰਿਆਂ ਦੇ ਵਿੱਚੋਂ ਹੀ ਬਣੀ ਹੈ। ਇੱਕ ਨਾ ਇੱਕ ਦਿਨ ਜ਼ਿੰਦਗੀ ਦੇ ਵਿੱਚ ਗੁਰਦੁਆਰੇ ਦਾ ਇੱਦਾਂ ਦਾ ਆਇਆ, ਜੋ ਪਹਿਲਾਂ ਕਰਦੇ ਪਏ ਸੀ ਸਾਰਾ ਕੁਝ ਹੀ ਬਦਲ ਗਿਆ। ਵੇਖੋ, ਮੈਂ ਫਿਰ ਰੱਬ ਤੋਂ ਡਰ ਕੇ ਇਸ ਗੱਲ ਨੂੰ ਕਹਿੰਦਾ ਹਾਂ, ਮਾਲਕ ਦੇ ਅੱਗੇ ਅਰਦਾਸ ਕਰੀਏ। ਸਤਿਗੁਰੂ ਕਹਿੰਦੇ ਨੇ ਨਾ, ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਬਸ ਇੱਕ ਦਿਨ ਜ਼ਿੰਦਗੀ 'ਚ ਆ ਜਾਵੇ ਵੀ ਉਹ ਕਿਣਕਾ ਵਸ ਜਾਵੇ, ਅਰਦਾਸ ਇੱਦਾਂ ਦੀ ਹੋ ਜਾਵੇ। ਪਰ ਸਾਡੇ ਲਈ ਫਰਜ਼ ਇਹ ਬਣਦਾ ਵੀ ਸੰਗਤ ਨਾ ਛੱਡੀਏ। ਸੰਗਤ ਛੱਡਣੀ ਕਿਉਂ ਨਹੀਂ ਹੈ, ਇਹਦਾ ਮੈਂ ਇੱਕ ਮਾੜਾ ਜਿਹਾ ਹਵਾਲਾ ਆਪ ਜੀ ਦੇ ਅੱਗੇ ਰੱਖ ਦੇਵਾਂ। ਇਹ ਹੈ ਜੀ ਭਗਤ ਪੂਰਨ ਸਿੰਘ ਹੁਣਾਂ ਦੀ ਗੱਲ ਹੈ। ਉਹਨਾਂ ਦੀ ਜ਼ਿੰਦਗੀ ਦੀਆਂ ਜਿਹੜੀਆਂ ਕਹਾਣੀਆਂ ਨੇ, ਇਹ ਉਹਨਾਂ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਅਤੇ ਉਹਨਾਂ ਨੇ ਲਿਖਿਆ, ਕਹਿੰਦੇ ਮੇਰਾ ਜਨਮ ਹਿੰਦੂ ਘਰ ਦੇ ਵਿੱਚ ਹੋਇਆ ਸੀ ਅਤੇ ਮੇਰਾ ਜਿਹੜਾ ਬਚਪਨ ਹੈ ਨਾ, ਉਹ ਲਗਭਗ ਉਹ ਕਹਾਣੀਆਂ ਨੂੰ ਸੁਣ ਕੇ ਹੀ ਵੱਡਾ ਹੋਇਆ ਸੀ ਕਿ ਪ੍ਰਹਿਲਾਦ ਦੀ ਜ਼ਿੰਦਗੀ ਇੱਦਾਂ ਦੀ ਸੀ, ਸ਼ਿਵ ਜੀ ਦੀ ਜ਼ਿੰਦਗੀ ਇੱਦਾਂ ਦੀ ਸੀ, ਮੇਰੇ ਜਨਮ ਦੇ ਉੱਤੇ ਮੇਰੇ ਘਰ ਦੇ ਕਿੱਦਾਂ ਦੇ ਕਰਮ ਕਰਦੇ ਸੀ, ਜਾਂ ਜੋ ਵੀ ਉਹਨਾਂ ਘਰਾਂ ਦੇ ਵਿੱਚ ਰਿਵਾਜ਼ ਪ੍ਰਚਲਿਤ ਹੁੰਦਾ। ਪਰ ਕਹਿੰਦੀ ਇੱਕ ਗੱਲ ਬੜੇ ਕਮਾਲ ਦੀ ਸੀ ਵੀ ਮਾਹੌਲ ਧਾਰਮਿਕ ਸੀ ਮੇਰੇ ਘਰ ਦਾ। ਮੇਰੇ ਘਰ ਦੇ ਵਿੱਚੋਂ ਕੋਈ ਆ ਕੇ ਖਾਲੀ ਨਹੀਂ ਸੀ ਜਾਂਦਾ ਅਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਆਹ ਸੌਦੇ ਜਿਹੜੇ ਬਾਜ਼ਾਰੋਂ ਲਿਆਂਦੇ ਜਾਂਦੇ ਨੇ, ਸਾਡੇ ਘਰ ਬੋਰੀਆਂ ਦੀਆਂ ਬੋਰੀਆਂ ਭਰੇ ਪਏ ਹੁੰਦੇ ਸੀ। ਉਹ ਅਲੱਗ ਗੱਲ ਹੈ, ਅਸੀਂ ਸਮਝਣ ਦੀ ਕੋਸ਼ਿਸ਼। ਕਹਿੰਦੇ ਕਿ ਮੈਂ 1918 ਦੀ ਗੱਲ ਹੈ, ਸ਼ਾਇਦ 14 ਕੁ ਸਾਲ ਦਾ ਹੋਵਾਂਗਾ, ਅਤੇ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਆ ਗਿਆ, ਜਿਹਨੂੰ ਦਸੰਬਰ ਦੇ ਵਿੱਚ ਮਨਾਇਆ ਜਾਂਦਾ ਹੈ। ਸਭਾ ਲੱਗਦੀ ਹੈ, ਇਹਨੂੰ ਸਭਾ ਲੱਗਣਾ ਕਹਿੰਦੇ ਨੇ ਉੱਧਰ ਦੇ ਇਲਾਕੇ ਦੇ ਵਿੱਚ, ਕਿਉਂਕਿ ਇਹ ਅਨੰਦਪੁਰ ਸਾਹਿਬ ਤੋਂ ਟੂਰ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਅਤੇ ਫਤਿਹਗੜ੍ਹ ਸਾਹਿਬ ਆ ਕੇ ਅਤੇ ਸਮਾਪਤ ਹੁੰਦਾ। ਤੁਸੀਂ ਜਾਣਦੇ ਹੋ ਵੀ ਉਦੋਂ ਉਹ ਦਸੰਬਰ ਦੇ ਦਿਨ ਹੁੰਦੇ ਨੇ, ਬਹੁਤ ਠੰਡ ਹੁੰਦੀ ਹੈ। ਵੀ ਸਾਡੇ ਇਲਾਕੇ ਦੇ ਲੋਕ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਉੱਥੇ ਜਾਂਦੇ ਹੁੰਦੇ ਸੀ ਸਭਾ ਦੇ ਉੱਤੇ, ਅਤੇ ਮੈਂ ਵੀ ਆਪਣੇ ਘਰਦਿਆਂ ਨੂੰ ਕਹਿ ਦਿੱਤਾ ਕਿ ਫਤਿਹਗੜ੍ਹ ਸਾਹਿਬ ਜਾਣਾ ਹੈ। ਅਤੇ ਕਹਿੰਦੇ ਬਾਕੀ ਮੇਰਾ ਪਿੰਡ ਕੋਈ ਏਡਾ ਵੱਡਾ ਹੈ ਵੀ ਨਹੀਂ ਸੀ ਕਿ ਜਿੱਥੇ ਬੈਠ ਕੇ ਬੜੀ ਸਿੱਖੀ ਦੀ ਗੱਲ ਕੀਤੀ ਜਾਂਦੀ ਸੀ। ਨੋਰਮਲ ਗੱਲਾਂ ਹੁੰਦੀਆਂ ਸੀ ਜਿੰਨੀਆਂ ਕੁ ਆਮ ਪਿੰਡਾਂ ਦੇ ਵਿੱਚ ਪ੍ਰਚਾਰ ਹੁੰਦਾ ਹੈ। ਅਤੇ ਕਹਿੰਦੇ ਇਸ ਪ੍ਰਚਾਰ ਦੇ ਅਸਰ ਕਰਕੇ ਹੀ ਬਹੁਤਿਆਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਹਾਂ। ਬਹੁਤੇ ਇਹ ਸੋਚਦੇ ਸੀ ਵੀ ਅਸੀਂ ਫਤਿਹਗੜ੍ਹ ਸਾਹਿਬ ਦਾ ਮੇਲਾ ਵੇਖਣ ਜਾ ਰਹੇ ਹਾਂ। ਜਿੱਦਾਂ ਆਮ ਮੇਲੇ ਲੱਗ ਜਾਂਦੇ ਨੇ, ਉੱਦਾਂ ਉਹ ਵੀ ਸੋਚਦੇ ਸੀ ਵੀ ਅਸੀਂ ਫਤਿਹਗੜ੍ਹ ਸਾਹਿਬ ਦਾ ਮੇਲਾ ਹੀ ਵੇਖਣ ਜਾ ਰਹੇ ਹਾਂ। 3 ਦਿਨ ਉਹ ਦੀਵਾਨ ਲੱਗਦਾ ਹੈ, ਆਖਰੀ ਦਿਨ ਉੱਥੇ ਨਗਰ ਕੀਰਤਨ ਨਿਕਲਦਾ ਹੈ, ਜਿਹੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਪਹੁੰਚਦਾ ਹੈ। ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕੀਤੇ ਨੇ, ਧੰਨ ਨੇ ਉਹ। ਵੈਸੇ ਜ਼ਿੰਦਗੀ ਦੇ ਵਿੱਚ ਇਹ ਮੌਕੇ ਹੋਣੇ ਚਾਹੀਦੇ ਨੇ, ਸਾਨੂੰ ਪਤਾ ਹੋਣਾ ਚਾਹੀਦਾ ਵੀ ਉਹਨਾਂ ਦਿਨਾਂ ਦੇ ਵਿੱਚ ਉੱਥੇ ਹੁੰਦਾ ਕੀ ਹੈ। ਕਹਿੰਦੇ ਕਿ ਚਲੋ ਸਾਡਾ ਰਿਸ਼ਤੇਦਾਰੀ ਸੀ ਨੇੜੇ ਬੱਸੀ ਪਿੰਡ ਦੇ ਵਿੱਚ, ਅਤੇ ਮੈਂ ਇਸ ਕਰਕੇ ਆਪਣੇ ਪਿੰਡ ਤੋਂ ਉੱਧਰ ਆ ਗਿਆ। 3 ਦਿਨ ਰਹਿਣਾ ਸੀ ਅਤੇ ਮੈਂ ਪਹਿਲੀ ਵਾਰ ਸਿੱਖਾਂ ਦੇ ਕਿਸੇ ਸਮਾਗਮ ਦੇ ਵਿੱਚ ਸ਼ਾਮਲ ਹੋਇਆ ਸੀ। ਪਰਿਵਾਰ ਤਾਂ ਹਿੰਦੂ ਸੀ ਉਦੋਂ, ਅਤੇ ਮੈਨੂੰ ਨਹੀਂ ਸੀ ਪਤਾ ਵੀ ਉੱਥੇ ਰਾਤ ਕਿੱਦਾਂ ਕੱਟਣੀ ਹੈ, ਕਿਉਂਕਿ ਮੈਨੂੰ ਸਮਝ ਹੀ ਨਹੀਂ ਸੀ ਵੀ ਇਹਨਾਂ ਸਮਾਗਮਾਂ ਦੇ ਵਿੱਚ ਕੀ ਹੁੰਦਾ ਹੈ। ਕਹਿੰਦੇ ਪਰ ਹੈਰਾਨੀ ਦੀ ਗੱਲ ਹੋਈ ਵੀ ਮੈਂ ਉਸ ਸੰਗਤ ਦੇ ਵਿੱਚ ਆ ਕੇ ਬੈਠਾ, ਅਤੇ ਉਸੇ ਹੀ ਸੰਗਤ ਦੇ ਵਿੱਚ ਮੇਰੇ ਤੋਂ 3 ਕੁ ਬੰਦੇ ਅੱਗੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਬੈਠੇ ਹੋਏ ਸੀ। ਜਿਨ੍ਹਾਂ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਹੋਣੀ ਨੇ, ਬਾਬਾ ਆਲਾ ਸਿੰਘ ਦੇ ਪਰਿਵਾਰ ਦੇ ਵਿੱਚੋਂ। ਇਹਨਾਂ ਦਾ ਜਿਹੜਾ ਅੰਸ਼ ਹੈ ਨਾ, ਉਹ ਰਾਜਿਆਂ ਮਹਾਰਾਜਿਆਂ ਦਾ ਚੱਲਦਾ ਹੁੰਦਾ। ਉਹ ਕਹਿੰਦੇ ਮਹਾਰਾਜਾ ਭੁਪਿੰਦਰ ਸਿੰਘ ਬੈਠੇ ਹੋਏ ਸੀ
ਤੇ ਮੇਰੇ ਤੋਂ ਇੰਨੇ ਕੁ ਦੂਰ ਸੀ, ਸਮਝ ਲਓ ਕਿ ਇੱਕ ਬੰਦਾ ਵਿੱਚ ਬੈਠਾ ਹੋਵੇ ਤੇ ਤੀਸਰੇ ਬੰਦੇ ਦੇ ਉੱਤੇ ਉਹ ਬੈਠੇ ਹੋਣ। ਹੁਣ ਇੱਕ ਪਾਸੇ ਮਹਾਰਾਜਾ ਭੁਪਿੰਦਰ ਸਿੰਘ ਬੈਠਾ ਹੋਵੇ, ਇੱਕ ਪਾਸੇ ਇੱਕ 14 ਕੁ ਸਾਲ ਦਾ ਬੱਚਾ ਬੈਠਾ ਹੋਵੇ, ਉਹ ਕੀ ਮਨ ਦੇ ਵਿੱਚ ਲੈ ਕੇ ਜਾ ਰਿਹਾ ਹੈ? ਹਾਲਾਂਕਿ ਉਹ ਪਹਿਲੀ ਵਾਰ ਸਮਾਗਮ ਵੇਖਣ ਆਇਆ ਹੈ ਛੋਟੀ ਸਭਾ ਦਾ। ਮੈਂ ਫਿਰ ਕਹਿ ਦੇਵਾਂ, ਬੜੇ ਧਿਆਨ ਦੇ ਨਾਲ ਗੁਰਦੁਆਰੇ ਵਿਚਰਨਾ ਚਾਹੀਦਾ ਹੈ। ਪਤਾ ਨਹੀਂ ਕਿੰਨੇ ਭਗਤ ਪੂਰਨ ਸਿੰਘ ਬੈਠੇ ਹੁੰਦੇ ਨੇ, ਸਾਡਾ ਇੱਕ ਬੋਲ ਭਗਤ ਪੂਰਨ ਸਿੰਘ ਨੂੰ ਪੈਦਾ ਹੋਣ ਤੋਂ ਰੋਕ ਦਿੰਦਾ। ਪਤਾ ਨਹੀਂ ਕਿੰਨੇ ਜਾਣੇ ਇੱਦਾਂ ਦੇ ਬੈਠੇ ਹੁੰਦੇ ਨੇ। ਮਾਲਕ ਕਿਰਪਾ ਕਰੇ, ਮੇਰੀ ਤਾਂ ਡਿਊਟੀ ਇਸ ਪਾਸੇ ਦੀ ਹੈ। ਮੈਂ ਤਾਂ ਡਰਦਾ ਹਾਂ ਇਸ ਗੱਲ ਤੋਂ ਕਿਸੇ ਨੂੰ ਬੋਲਣ ਤੋਂ ਵੀ ਸਾਡੇ ਬੋਲ ਕਰਕੇ ਨਾ ਕੋਈ ਬੰਦਾ ਕਿਤੇ ਟੁੱਟ ਕੇ ਚਲਾ ਜਾਵੇ। ਔਰ ਉਹਦੇ ਵਿੱਚ ਵੀ ਉਹ ਕਹਿੰਦੇ ਨੇ, ਜਿਹੜੀ ਸਭ ਤੋਂ ਵੱਡੀ ਗੱਲ ਨੇ ਮੈਨੂੰ ਇੰਪਰੈਸ ਕੀਤਾ, ਤੇ ਇਹ ਗੱਲ ਉਹਨਾਂ ਨੇ ਲਿਖੀ ਹੈ ਲਗਭਗ ਆਪਣੀ ਜ਼ਿੰਦਗੀ ਦੇ ਘੱਟੋ ਘੱਟ 70 ਸਾਲ ਦੀ ਉਮਰ ਤੋਂ ਬਾਅਦ। ਜੋ 14 ਸਾਲ ਦੀ ਉਮਰ ਦੇ ਵਿੱਚ ਹੋਈ, ਲਿਖ ਰਹੇ ਨੇ 70 ਸਾਲ ਦੀ ਉਮਰ ਦੇ ਲਗਭਗ। ਕਹਿੰਦੇ ਉਸੇ ਹੀ ਮਹਾਰਾਜਾ ਭੁਪਿੰਦਰ ਸਿੰਘ ਦਾ ਇੱਕ ਫੌਜੀ ਅਫਸਰ ਹੈ, ਉਹਦੀ ਉਮਰ ਲਗਭਗ 23 ਕੁ ਸਾਲ ਹੈ। ਉਹਨੇ ਦਸਤਾਰ ਸਜਾਈ ਹੋਈ ਹੈ ਉਸ ਨੌਜਵਾਨ ਨੇ। 23 ਕੁ ਸਾਲ ਦਾ ਬੱਚਾ, ਤੁਸੀਂ ਵੇਖੋ ਕੀ ਹੋਵੇਗਾ। ਹੈ ਆਫਿਸਰ ਹੈ ਉਸ ਵੇਲੇ, ਛੋਟੀ ਛੋਟੀ ਦਾੜੀ ਫੁੱਟਦੀ ਹੈ ਬੰਦੇ ਦੀ ਉਸ ਵੇਲੇ, ਦਾੜਾ ਵੀ ਪੂਰਾ ਪ੍ਰਕਾਸ਼ਿਆ ਨਹੀਂ ਹੁੰਦਾ। ਦੋਹਰੀ ਉਹਨੇ ਦਸਤਾਰ ਸਜਾਈ ਹੈ ਅਤੇ ਆਪਣੀ ਫੌਜੀ ਰੂਟੀਨ ਦੇ ਕਰਕੇ ਉਹਨੇ ਦਾੜਾ ਬੰਨ੍ਹਿਆ ਹੋਇਆ ਹੈ ਅਤੇ ਮਹਾਰਾਜਾ ਦੇ ਵੱਲ ਨੂੰ ਮੂੰਹ ਕਰਕੇ, ਕਿਉਂਕਿ ਉਹਨੇ ਧਿਆਨ ਰੱਖਣਾ ਹੈ, ਮਹਾਰਾਜੇ ਦਾ ਉਹ ਬੋਡੀਗਾਰਡ ਹੈ ਉਸ ਵੇਲੇ, ਉਹਨੇ ਧਿਆਨ ਰੱਖਣਾ ਹੈ। ਅਤੇ ਕਹਿੰਦੇ ਸੁਭਾਵਿਕ ਇਹ ਗੱਲ ਹੋ ਗਈ ਵੀ ਉਹਦਾ ਮੂੰਹ ਮਹਾਰਾਜੇ ਦੇ ਵੱਲ ਸੀ ਅਤੇ ਮੇਰਾ ਉਹਦੇ ਵੱਲ ਮੂੰਹ ਹੋ ਗਿਆ। ਮੈਂ ਉਹਦੇ ਵੱਲ ਹੀ ਵੇਖਦਾ ਰਿਹਾ। ਉਦੋਂ ਉਹਨਾਂ ਦੇ ਸਿਰ 'ਤੇ ਕੇਸ ਨਹੀਂ ਸੀ ਹੁੰਦੇ। ਮੈਂ ਸਿਰਫ ਉਸ ਨੌਜਵਾਨ ਦੀ ਦਸਤਾਰ ਅਤੇ ਉਸ ਨੌਜਵਾਨ ਦੇ ਕੇਸ ਵੇਖੇ, ਬਸ ਮੇਰੇ ਦਿਲ ਦੇ ਵਿੱਚ ਉਹ ਇੱਦਾਂ ਦੀ ਚੀਜ਼ ਛਪ ਗਈ ਹੈ। ਕਹਿੰਦੇ ਕਿ ਮੈਂ ਅਜੇ ਵੀ ਜਦੋਂ ਕਿਤੇ ਉਸ ਚੀਜ਼ ਨੂੰ ਚੇਤੇ ਕਰਦਾ ਤਾਂ ਕਹਿੰਦੇ ਸ਼ਾਇਦ ਮੇਰੀ ਜ਼ਿੰਦਗੀ ਦੇ ਅੰਤਲੇ ਦਿਨ ਤੱਕ ਉਹ ਚੀਜ਼ ਮੇਰੇ ਤੋਂ ਕਦੀ ਪਰੇ ਨਹੀਂ ਹੋਵੇਗੀ, ਜੋ ਉਸ ਨੂੰ ਵੇਖਣ ਦਾ ਪ੍ਰਭਾਵ ਮੇਰੇ ਉੱਤੇ ਪਿਆ। ਇਹ ਚੀਜ਼ ਕਿੱਥੋਂ ਆਈ ਸੀ? ਇਹ ਚੀਜ਼ ਗੁਰਦੁਆਰੇ ਵਿੱਚੋਂ ਆਈ ਸੀ, ਇਹ ਚੀਜ਼ ਸੰਗਤ ਦੇ ਵਿੱਚੋਂ ਆਈ ਸੀ। ਔਰ ਹੋਰ ਥੋੜ੍ਹੀ ਜਿਹੀ ਅੱਗੇ ਇਸ ਗੱਲ ਨੂੰ ਸਮਝ ਲਈਏ। ਵੇਖੋ, ਮੈਂ ਇਸ ਕਰਕੇ ਕਹਿਣਾ ਹੁੰਦਾ ਵੀ ਜਦੋਂ ਗੁਰਦੁਆਰੇ ਆਈਏ ਨਾ, ਅਤੇ ਇੱਦਾਂ ਦੇ ਬਣ ਕੇ ਜ਼ਰੂਰ ਆਈਏ ਵੀ ਸਾਡੀ ਵੇਸ਼ ਭੂਸ਼ਾ ਵੇਖ ਕੇ ਅਤੇ ਕੋਈ ਬੰਦਾ ਸਮਝ ਲੈ ਵੀ ਵਾਕਿਆ ਮੈਂ ਸਿੱਖਾਂ ਨੂੰ ਮਿਲ ਕੇ ਆਇਆ। ਇਹ ਥੋੜ੍ਹਾ ਵੀ ਬੰਦਾ ਇਹ ਸੋਚੇ ਵੀ ਜਿਹੋ ਜਿਹੇ ਕੱਪੜੇ ਘਰ ਪਾ ਕੇ ਆ ਗਏ, ਇਹੋ ਜਿਹੇ ਗੁਰਦੁਆਰੇ ਪਾ ਕੇ ਆ ਗਏ। ਹਾਲਾਂਕਿ ਬਾਬੇ ਨੇ ਆਜ਼ਾਦੀ ਦਿੱਤੀ ਹੈ ਸਾਨੂੰ ਕੱਪੜੇ ਪਾਉਣ ਦੀ, ਪਰ ਇਹਦਾ ਮਤਲਬ ਇਹ ਵੀ ਨਹੀਂ ਜਿਹੜੇ ਕੱਪੜੇ ਪਾ ਕੇ ਅਸੀਂ ਆਫਿਸ ਨਹੀਂ ਜਾ ਸਕਦੇ, ਗੁਰਦੁਆਰੇ ਕਿੱਦਾਂ ਆ ਸਕਦੇ ਹੋ ਕੱਪੜੇ ਪਾ ਕੇ? ਜਿਹੜੇ ਕੱਪੜੇ ਪਾ ਕੇ ਅਸੀਂ ਵਿਆਹਾਂ ਦੇ ਵਿੱਚ ਨਹੀਂ ਜਾਂਦੇ, ਉਹ ਕੱਪੜੇ ਪਾ ਕੇ ਗੁਰਦੁਆਰੇ ਕਿੱਦਾਂ ਆ ਜਾਂਦੇ ਹਾਂ? ਮੈਂ ਨਹੀਂ ਕਹਿੰਦਾ ਕਿ ਬੜੀ ਚਮਕਦਾਰ ਪਾ ਕੇ ਆਈਏ, ਪਰ ਘੱਟੋ ਘੱਟ ਉਹ ਕੱਪੜਾ ਪਾ ਕੇ ਆਈਏ ਜਿਹੜਾ ਦੂਸਰੇ ਨੂੰ, ਵੇਖਣ ਵਾਲੇ ਨੂੰ ਵੀ ਇਸ ਪਾਸੇ ਤੋਂ ਖਿੱਚ ਨਾ ਪਾਵੇ। ਇਹ ਨਹੀਂ ਕਿ ਸਾਰੇ ਜਣੇ ਗਲਤੀ ਸੋਚਦੇ ਨੇ ਵੇਖ ਕੇ, ਪਰ ਇੱਕ ਵਾਰ ਤਾਂ ਧਿਆਨ ਉੱਧਰ ਜਾਂਦਾ ਨਾ ਵੀ ਬੰਦਾ ਪਾ ਕੇ ਕੀ ਆਇਆ। ਹੋ ਸਕਦਾ ਸਾਡੀ ਡਰੈਸ ਵੱਲ ਵੇਖ ਕੇ ਕੋਈ ਇੰਪਰੈਸ ਹੋ ਜਾਵੇ। ਮੈਂ ਨਹੀਂ ਕਹਿੰਦਾ ਕਿ ਡਰੈਸ ਇੰਪਰੈਸ ਕਰਨ ਦੇ ਲਈ ਹੈ, ਪਰ ਇੱਕ ਚੀਜ਼ ਜ਼ਰੂਰ ਹੈ, ਸਾਡਾ ਪਹਿਰਾਵੇ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਸਾਡਾ ਕਰੈਕਟਰ ਜਿਹੜਾ ਹੈ ਉਹ ਬਾਹਰ ਆਉਂਦਾ ਹੈ। ਮਾਲਕ ਕਿਰਪਾ ਕਰੇ। ਉਹ ਕਹਿੰਦੇ ਮੇਰੇ ਮਨ ਦੇ ਵਿੱਚ ਉਸ ਦੀ ਜਿਹੜੀ ਇਮੇਜ ਹੈ ਨਾ, ਇੱਦਾਂ ਬਣੀ ਪਈ ਆ ਵੀ ਰਹਿੰਦੀ ਜ਼ਿੰਦਗੀ ਤੱਕ ਉਹ ਚੀਜ਼ ਮੇਰੇ ਤੋਂ ਪਰੇ ਨਹੀਂ ਹੋਵੇਗੀ। ਫਿਰ ਇੱਕ ਹੋਰ ਗੱਲ ਕੀਤੀ, ਕਹਿੰਦੇ 2 ਦਿਨ ਮੈਂ ਉਸ ਸਮਾਗਮ ਦੇ ਵਿੱਚ ਰਿਹਾ, ਅਤੇ ਜਿੱਦਣ ਤੀਸਰੇ ਦਿਨ ਨਗਰ ਕੀਰਤਨ ਨਿਕਲਣਾ ਸੀ। ਨਗਰ ਕੀਰਤਨ ਜਿਹੜਾ ਹੈ ਉਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ, ਜਿੱਥੇ ਸਾਹਿਬਜ਼ਾਦਿਆਂ ਦਾ ਸਰੀਰ ਦਾ ਸੰਸਕਾਰ ਕੀਤਾ ਗਿਆ ਹੈ ਨਾ, ਉਸ ਥਾਂ ਦੇ ਉੱਤੇ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ। ਉਹ ਨਗਰ ਕੀਰਤਨ ਉੱਥੇ ਜਾ ਕੇ ਸਮਾਪਤ ਹੁੰਦਾ ਹੈ। ਹੁਣ ਸੁਭਾਵਿਕ ਜਿਹੀ ਗੱਲ ਹੈ ਕਿ ਮਾਹੌਲ ਹੀ ਇੱਦਾਂ ਦਾ ਬਣਿਆ ਹੁੰਦਾ ਹੈ ਕਿ ਸੰਗਤ ਜਿਹੜੀ ਹੈ ਉਹ ਵੈਰਾਗ ਵਾਲੇ ਸ਼ਬਦ ਪੜ੍ਹਦੀ ਹੈ, ਅਤੇ ਉਹਦੇ ਵਿੱਚੋਂ ਕਈ ਰੱਬ ਦੇ ਪਿਆਰੇ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਅੱਖਾਂ ਦੇ ਵਿੱਚੋਂ ਅਥਰੂ ਕਿਰਦੇ ਪਏ ਹੁੰਦੇ ਨੇ। ਕੋਈ ਇਹਨੂੰ ਕਿਸੇ ਵੀ ਪਾਸੇ ਤੋਂ ਸੋਚੇ, ਪਰ ਹਰ ਇੱਕ ਬੰਦੇ ਦੀ ਆਪਣੀ ਭਾਵਨਾ ਹੁੰਦੀ ਹੈ। ਕਈਆਂ ਲਈ ਉਹ ਮੇਲਾ ਹੀ ਹੈ, ਅਤੇ ਕਈਆਂ ਲਈ ਉਹ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ। ਇਸ ਕਰਕੇ ਬੜੇ ਧਿਆਨ ਦੇ ਨਾਲ ਉਹਨਾਂ ਜਗ੍ਹਾ ਦੇ ਵਿੱਚ ਉਹ ਵਿਚਰਦੇ ਨੇ। ਹੁਣ ਜਿਹੜਾ ਬੰਦਾ ਪਹਿਲੀ ਵਾਰ ਆ ਕੇ ਉਹਨਾਂ ਦਿਨਾਂ ਨੂੰ ਵੇਖਦਾ ਪਿਆ ਹੈ, ਉਹਨੇ ਵੇਖਿਆ ਕਿ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਨਿਕਲਿਆ, ਅਤੇ ਕਹਿੰਦੇ ਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਰੂਪ ਹੈ ਉਹਨੂੰ ਚੌਰ ਕੀਤਾ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਅਤੇ ਜੋਤੀ ਸਰੂਪ ਸਾਹਿਬ ਤੱਕ ਨੰਗੇ ਪੈਰੀਂ ਚੌਰ ਕੀਤਾ। ਹੁਣ ਸਾਰੀ ਸੰਗਤ ਨਾਲ ਸ਼ਬਦ ਪੜ੍ਹਦੀ ਪਏ। ਕਹਿੰਦੇ ਮੈਨੂੰ ਸਮਝ ਨਹੀਂ ਸੀ, ਅਤੇ ਮੈਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਇਹ ਸ਼ਬਦ ਸੁਣਿਆ ਸੀ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਅਤੇ ਉਹ ਸ਼ਬਦ ਮੇਰੇ ਤੋਂ ਦੂਰ ਪੜ੍ਹਿਆ ਜਾ ਰਿਹਾ ਸੀ। ਮੈਨੂੰ ਪਤਾ ਵੀ ਨਹੀਂ ਸੀ ਵੀ ਇਹ ਸ਼ਬਦ ਕਿੱਦਾਂ ਪੜ੍ਹਿਆ ਜਾ ਰਿਹਾ। ਇੱਦਾਂ ਹੁੰਦਾ ਨਾ ਸਾਡੇ ਨਾਲ ਕਦੀ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਰਾਗੀ ਸਿੰਘ ਕੀ ਸ਼ਬਦ ਪੜ੍ਹ ਗਏ, ਮਾੜਾ ਮੋਟਾ ਕੁਝ ਚੇਤੇ ਰਹਿ ਗਿਆ ਵੀ ਹਾਂ ਇੱਦਾਂ ਦਾ ਕੁਝ ਪੜ੍ਹਦੇ ਪਏ ਸੀ। ਕਹਿੰਦੇ ਮੈਨੂੰ ਨਹੀਂ ਸੀ ਉਹ ਸ਼ਬਦ ਪਤਾ। ਜੇ ਕਹਿੰਦੇ ਮੈਂ ਲਾਹੌਰ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਡੇਰਾ ਸਾਹਿਬ ਸੇਵਾ ਨਾ ਕਰਦਾ ਤਾਂ ਮੈਨੂੰ ਯਾਦ ਹੀ ਨਹੀਂ ਸੀ ਰਹਿਣਾ ਵੀ ਆਹ ਸ਼ਬਦ ਉਹਨਾਂ ਬੱਚੀਆਂ ਨੇ ਪੜ੍ਹਿਆ ਸੀ ਉੱਥੇ। ਰਸਤੇ ਦੇ ਵਿੱਚ ਸ਼ਬਦ ਪੜ੍ਹਦੇ ਗਏ।
ਮਹਾਰਾਜਾ ਭੁਪਿੰਦਰ ਸਿੰਘ ਜਿਹੜੇ ਨੇ ਉਹ ਚੌਰ ਕਰਦੇ ਪਏ ਨੇ। ਅਤੇ ਜਦੋਂ ਉੱਥੇ ਨਗਰ ਕੀਰਤਨ ਸਮਾਪਤ ਹੋਇਆ ਤਾਂ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਪ੍ਰਕਾਸ਼ ਹੋਇਆ ਹੁੰਦਾ ਹੈ, ਗੁਰਦੁਆਰਾ ਜੋਤੀ ਸਰੂਪ, ਉਹ ਅਸਥਾਨ ਦੇ ਉੱਪਰ ਹੀ ਪ੍ਰਕਾਸ਼ ਕੀਤਾ ਹੈ ਉਹਨਾਂ ਨੇ। ਅਤੇ ਜਦੋਂ ਮੈਂ ਸਾਹਮਣੇ ਹੋਇਆ ਤਾਂ ਮੇਰੇ ਮਨ ਦੇ ਵਿੱਚ ਇੱਕ ਗੱਲ ਚੱਲੀ ਸੀ, ਪਤਾ ਨਹੀਂ ਇਸ ਕਰਕੇ ਕਹਿੰਦੇ ਨੇ ਵੀ ਇਤਿਹਾਸਕ ਸਥਾਨਾਂ 'ਤੇ ਦਰਸ਼ਨ ਕਰਨੇ ਚਾਹੀਦੇ ਨੇ। ਰਹਿਤ ਮਰਿਆਦਾ ਵੀ ਇਸ ਗੱਲ ਨੂੰ ਬੋਲਦੀ ਹੈ। ਗੁਰੂ ਗ੍ਰੰਥ ਸਾਹਿਬ ਤਾਂ ਸਾਰੀਆਂ ਥਾਵਾਂ 'ਤੇ ਇੱਕੋ ਹੀ ਹੈ, ਪਰ ਜਿਹੜੇ ਅਸਥਾਨ ਆਪਣਾ ਪ੍ਰਭਾਵ ਪਾਉਂਦੇ ਨੇ ਉਹ ਫਰਕ ਹੁੰਦਾ ਹੈ ਇਹਨਾਂ ਗੱਲਾਂ ਦਾ। ਉਹ ਕਹਿੰਦੇ ਮੈਨੂੰ ਇੰਝ ਲੱਗਾ ਕਿ ਮੈਂ ਉੱਥੇ ਜਦੋਂ ਸਾਹਮਣੇ ਖੜਾ ਹਾਂ ਨਾ, ਇਹ ਲਿਖਤ ਹੈ ਉਹਨਾਂ ਦੀ, ਕਿ ਮੈਂ ਸਾਹਮਣੇ ਖੜਾ ਹਾਂ ਅਤੇ ਮੈਨੂੰ ਅੰਦਰ ਤੋਂ ਇੱਕ ਜਿਹੜੀ ਚੀਜ਼ ਹੈ ਉਹ ਮਹਿਸੂਸ ਹੋ ਰਹੀ ਹੈ ਵੀ ਤੂੰ ਜ਼ਿੰਦਗੀ ਦੇ ਵਿੱਚ ਕਰਨ ਕੀ ਆਇਆ ਹੈ। ਇਹਨਾਂ ਦੀ ਜ਼ਿੰਦਗੀ ਵੇਖ, ਇਹ ਜ਼ਿੰਦਗੀ ਦੇ ਵਿੱਚ ਕੀ ਕਰਕੇ ਗਏ ਨੇ, ਅਤੇ ਆਪਣੇ ਵੱਲ ਵੇਖ ਅਤੇ ਆਪਣੇ ਆਦਰਸ਼ ਨੂੰ ਸਮਝ ਵੀ ਜ਼ਿੰਦਗੀ ਦੇ ਵਿੱਚ ਜਿਹੜੇ ਕੰਮ ਨੂੰ ਤੂੰ ਕਰਨ ਆਇਆ ਹੈ ਉਸ ਕੰਮ ਨੂੰ ਕਰਨ ਦੇ ਲਈ ਤੈਨੂੰ ਜ਼ਿੰਦਗੀ ਵੀ ਦੇਣੀ ਪੈ ਜਾਵੇ ਅਤੇ ਜ਼ਿੰਦਗੀ ਜੀਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਕਹਿੰਦੇ ਮੈਂ ਇਹ ਜਿਹੜੀ ਮੇਰੀ ਫੀਲ ਸੀ ਨਾ, ਇਹ ਮੇਰੀ ਗੁਰਦੁਆਰਾ ਜੋਤੀ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਖਲੋ ਕੇ ਮੇਰੇ ਮਨ ਦੇ ਵਿੱਚ ਆਈ। ਅਤੇ ਚਲੋ ਸਮਾਂ ਨਿਕਲ ਗਿਆ, ਦੀਵਾਨ ਸਮਾਪਤ ਹੋਇਆ, ਨਗਰ ਕੀਰਤਨ ਸਮਾਪਤ ਹੋਇਆ, ਅਤੇ ਮਹਾਰਾਜਾ ਭੁਪਿੰਦਰ ਸਿੰਘ ਨੇ ਇੱਕ ਗੱਲ ਬੋਲੀ ਉਸ ਦੀਵਾਨ ਦੀ ਸਮਾਪਤੀ 'ਤੇ। ਉਹਨਾਂ ਨੇ ਗੱਲ ਬੋਲੀ ਵੀ ਮੇਰੇ ਬੜੇ ਧੰਨ ਭਾਗ ਨੇ, ਉਰਦੂ ਦੇ ਵਿੱਚ ਬੋਲਿਆ ਸੀ ਵੈਸੇ, ਮੇਰੇ ਬੜੇ ਧੰਨ ਭਾਗ ਨੇ ਵੀ ਪਹਿਲੀ ਵਾਰ ਮੈਨੂੰ ਪੰਥ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਵੀ ਇਸ ਸਥਾਨ ਦੇ ਉੱਤੇ ਹਾਜ਼ਰੀਆਂ ਭਰ ਕੇ ਮੈਂ ਇਹ ਸੇਵਾ ਨਿਭਾਈ ਹੈ। ਉਹ ਕਹਿੰਦੇ 5 ਗੱਲਾਂ ਦਾ ਮੇਰੇ ਉੱਤੇ ਪ੍ਰਭਾਵ ਪਿਆ। ਇਹ ਗੱਲਾਂ ਸਾਰੀਆਂ ਵਾਪਰਦੀਆਂ ਪਈਆਂ ਨੇ ਗੁਰਦੁਆਰੇ ਵਿੱਚ, ਅਤੇ ਅੱਜ ਵੀ ਵਾਪਰਦੀਆਂ ਨੇ। ਪਤਾ ਨਹੀਂ ਅਸੀਂ ਇਸ ਚੀਜ਼ ਨੂੰ ਕੀ ਸਮਝਦੇ ਹਾਂ। ਗੁਰਦੁਆਰਾ ਸਿਰਫ ਬਿਲਡਿੰਗ ਨਹੀਂ ਹੈ, ਗੁਰਦੁਆਰਾ ਜਿਉਂਦੀ ਜਾਗਦੀ ਗੁਰੂ ਬਾਬੇ ਦੀ ਬਖਸ਼ਿਸ਼ ਦਾ ਘਰ ਹੈ। ਪਤਾ ਨਹੀਂ ਕਿਹਦੇ ਉੱਤੇ ਕਿਹੜੇ ਵੇਲੇ ਵਾਪਰ ਜਾਵੇ, ਬਸ ਮੈਂ ਤਿਆਰ ਹੋਵਾਂ ਇਸ ਚੀਜ਼ ਦੇ ਲਈ। ਪਤਾ ਨਹੀਂ ਕਿਹਦੇ ਉੱਤੇ ਵਾਪਰ ਜਾਵੇ। ਅਸੀਂ ਗੁਰਦੁਆਰੇ ਨੂੰ ਇੱਦਾਂ ਨਾ ਸਮਝੀਏ ਕਦੀ ਵੀ ਬਸ ਜਿੱਦਾਂ ਸਾਡੇ ਘਰ ਨੇ ਇੱਦਾਂ ਦਾ ਗੁਰਦੁਆਰਾ ਘਰ ਹੈ। ਨਹੀਂ, ਇਹ ਜਿਉਂਦੀ ਜਾਗਦੀ ਚੀਜ਼ ਹੈ। ਪਤਾ ਨਹੀਂ ਕਿਹੜੇ ਵੇਲੇ ਕਿਹੜੀ ਕਿਰਪਾ ਵਾਪਰ ਜਾਵੇ ਅਤੇ ਗੁਰਦੁਆਰੇ ਸਮਝੇ ਵੀ ਇੱਦਾਂ ਜਾਂਦੇ ਨੇ, ਨਹੀਂ ਤਾਂ ਗੁਰਦੁਆਰਾ ਕਦੀ ਸਮਝ ਹੀ ਨਹੀਂ ਆਉਂਦਾ। ਜਿਨ੍ਹਾਂ ਨੂੰ ਲੱਗਦਾ ਗੁਰਦੁਆਰਾ ਬਿਲਡਿੰਗ, ਉਹ ਕਹਿੰਦੇ ਆਉਣ ਦਾ ਕੀ ਫਾਇਦਾ ਹੀ ਨਹੀਂ ਹੈ। ਅਤੇ ਜਿਨ੍ਹਾਂ ਨੂੰ ਲੱਗਦਾ ਵੀ ਗੁਰਦੁਆਰੇ ਜਿਉਂਦੀ ਜਾਗਦੀ ਚੀਜ਼ ਹੈ, ਉਹਨਾਂ ਨੂੰ ਹਰ ਜ਼ਰੇ ਦੇ ਵਿੱਚੋਂ ਤਾਕਤ ਨਜ਼ਰ ਆਉਂਦੀ ਹੈ, ਹਰ ਜ਼ਰੇ ਦੇ ਵਿੱਚੋਂ। ਇਹ ਥੋੜ੍ਹਾ ਫਿਰ ਕਹਿੰਦੇ ਨੇ ਵੀ ਮੈਂ ਇੱਥੇ ਸੇਵਾ ਕਰਨੀ ਅਤੇ ਇੱਥੇ ਅਸਰ ਜ਼ਿਆਦਾ। ਉਹ ਵੇਖੋ ਉਹਨਾਂ ਥਾਵਾਂ 'ਤੇ ਵੀ ਸੇਵਾ ਕਰਦੇ ਨੇ ਜਿੱਥੇ ਲੋਕ ਮੂੰਹ ਵੀ ਨਹੀਂ ਲਾਉਂਦੇ ਵੀ ਨਹੀਂ ਛੱਡ ਪਰ ਇੱਧਰ ਜਾ ਕੇ ਕੀ ਕਰਨਾ। ਉਹਨਾਂ ਨੂੰ ਪਤਾ ਵੀ ਹਰ ਚੀਜ਼ ਦੇ ਵਿੱਚ ਤਾਕਤ ਹੈ, ਹਰ ਇੱਕ ਥਾਂ ਦੇ ਉੱਤੇ ਤਾਕਤ ਹੈ। ਇਹ ਗੁਰਦੁਆਰੇ ਦੀ ਤਾਕਤ ਹੈ। ਜਦੋਂ ਤੱਕ ਅਸੀਂ ਸਮਝਾਂਗੇ ਵੀ ਗੁਰਦੁਆਰਾ ਸਿਰਫ ਇੱਕ ਬਿਲਡਿੰਗ ਦਾ ਨਾਮ ਨਹੀਂ ਹੈ, ਗੁਰਦੁਆਰਾ ਵਾਕਿਆ ਹੀ ਗੁਰੂ ਦਾ ਦੁਆਰਾ ਹੈ। ਜਿੱਦਾਂ ਅਸੀਂ ਆਪਣੇ ਘਰ ਦੇ ਵਿੱਚ ਹਰ ਥਾਂ 'ਤੇ ਵਿਚਰ ਲੈਂਦੇ ਹਾਂ ਨਾ, ਇੱਦਾਂ ਗੁਰੂ ਆਪਣੇ ਦੁਆਰੇ 'ਤੇ ਹਰ ਥਾਂ 'ਤੇ ਵਿਚਰਦਾ ਪਿਆ, ਹਰ ਥਾਂ ਦੇ ਉੱਤੇ, ਕਿਤੇ ਘੱਟ ਵੱਧ ਨਹੀਂ, ਹਰ ਥਾਂ ਦੇ ਉੱਤੇ। ਇੱਥੇ ਤਾਂ ਬਸ ਅਸੀਂ ਉਹਨੂੰ ਸੁਣਦੇ ਪਏ ਹਾਂ, ਬਾਕੀਆਂ ਥਾਵਾਂ ਦੇ ਉੱਤੇ ਵੀ ਉਹ ਉਨਾ ਹੀ ਹੈ। ਇੱਥੇ ਤਾਂ ਉਹਨੂੰ ਸਮਝਦੇ ਪਏ ਹਾਂ। ਸਤਿਕਾਰਯੋਗ ਹੈ ਇਹ ਜਗ੍ਹਾ, ਮੱਥਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੈ, ਪਰ ਇਹ ਨਾ ਸਮਝੀਏ ਵੀ ਇੱਥੇ ਉਹਦਾ ਅਸਰ ਜ਼ਿਆਦਾ ਹੋ ਰਿਹਾ ਅਤੇ ਬਾਕੀ ਥਾਂ 'ਤੇ ਘੱਟ ਹੋ ਰਿਹਾ। ਨਹੀਂ, ਸਾਰੀਆਂ ਥਾਵਾਂ ਦੇ ਉੱਤੇ ਉਹਦਾ ਦੁਆਰਾ ਹੈ, ਉਹ ਕਿਤੇ ਵੀ ਵਿਆਪਕ ਹੈ। ਫਿਰ ਉਹ ਕਹਿੰਦੇ 5 ਕੁ ਗੱਲਾਂ ਮੇਰੀ ਜ਼ਿੰਦਗੀ ਦੇ ਵਿੱਚ ਉਸ ਗੁਰਦੁਆਰੇ ਨੂੰ ਵੇਖ ਕੇ ਅਤੇ ਮੇਰੇ ਸਾਹਮਣੇ ਆਈਆਂ ਨੇ। ਜਿਹੜਾ ਕਹਿੰਦੇ ਪਹਿਲੀ ਗੱਲ ਤਾਂ ਉਸ ਫੌਜੀ ਜਵਾਨ ਦਾ ਮੇਰੇ ਦਿਮਾਗ ਦੇ ਉੱਤੇ ਚਿਹਰਾ ਬਣਿਆ। ਦੂਸਰੇ ਨੰਬਰ ਦੇ ਉੱਤੇ ਮੈਂ ਇਹ ਸੋਚਿਆ ਵੀ ਵੱਡੇ ਤੋਂ ਵੱਡੇ ਮਹਾਰਾਜੇ ਵੀ ਜਿਹੜੇ ਇਸ ਘਰ ਦੇ ਵਿੱਚ ਆ ਕੇ ਅਤੇ ਇਹ ਮੰਗਦੇ ਪਏ ਨੇ ਵੀ ਆਤਮਿਕ ਸ਼ਾਂਤੀ ਕੋਈ ਹੋਰ ਚੀਜ਼ ਹੈ, ਅਧਿਆਤਮ ਜੀਵਨ ਕੋਈ ਹੋਰ ਚੀਜ਼ ਹੈ, ਅਤੇ ਇਹਦਾ ਮਤਲਬ ਹੈ ਮੈਨੂੰ ਇਹਨਾਂ ਚੀਜ਼ਾਂ ਦੇ ਬਾਰੇ ਵੀ ਪੜ੍ਹਨਾ ਚਾਹੀਦਾ ਹੈ। ਦੂਸਰੇ ਨੰਬਰ ਦੇ ਉੱਤੇ ਕਹਿੰਦੇ ਗੁਰੂ ਘਰ ਦੇ ਵਿੱਚ ਮੈਂ ਇਹ ਚੀਜ਼ ਵੇਖੀ ਕਿ ਭਾਵੇਂ ਕੋਈ ਹੋਵੇ ਰਾਜਾ ਅਤੇ ਭਾਵੇਂ ਹੋਏ ਮਹਾਰਾਜਾ, ਸਾਰੇ ਇੱਥੇ ਬਰਾਬਰ ਹੀ ਆ ਕੇ ਬੈਠਦੇ ਨੇ, ਭਾਵੇਂ ਕੋਈ ਆਮ ਬੰਦਾ ਵੀ ਹੋਵੇ। ਇਸ ਚੀਜ਼ ਦਾ ਵੀ ਬੜੇ ਕਮਾਲ ਦਾ ਪ੍ਰਭਾਵ ਹੈ। ਔਰ ਕਹਿੰਦੇ ਇੱਕ ਚੀਜ਼ ਮੈਂ ਸਭ ਤੋਂ ਵੱਡੀ ਜਿਹੜੀ ਹੈ ਉਹ ਇਸ ਗੱਲ ਨੂੰ ਵੇਖਦਾ ਹਾਂ ਵੀ ਜਿਸ ਅਸਥਾਨ ਦੇ ਉੱਤੇ ਜੋੜ ਮੇਲ ਦੇ ਉੱਤੇ ਮੈਂ ਆਇਆ ਹਾਂ, ਉੱਥੇ ਉਹ ਬੱਚਿਆਂ ਨੇ ਕੁਰਬਾਨੀ ਕੀਤੀ ਹੈ, ਅਤੇ ਮੇਰੇ ਵਰਗੇ 14 ਦੇ ਬੱਚੇ ਦੇ ਉੱਤੇ ਉਸ ਕੁਰਬਾਨੀ ਦਾ ਕੀ ਪ੍ਰਭਾਵ ਪੈਂਦਾ ਹੈ, ਮੇਰੀ ਜ਼ਿੰਦਗੀ ਨੇ ਕੀ ਸਿੱਖਿਆ ਹੈ ਇਸ ਬੱਚਿਆਂ ਦੀ ਕੁਰਬਾਨੀ ਦੇ ਉੱਤੋਂ। ਕਹਿੰਦੇ ਇਹ ਗੱਲਾਂ ਦਾ ਪ੍ਰਭਾਵ ਲੈ ਕੇ ਮੈਂ ਘਰ ਆਇਆ, ਅਤੇ ਘਰ ਮੈਂ ਆਉਂਦੇ ਹੀ ਆਪਣੀ ਮਾਂ ਨੂੰ ਕਿਹਾ ਕਿ ਮਾਤਾ ਮੈਂ ਨਾ ਕੇਸ ਰੱਖ ਲੈਣੇ ਨੇ। ਮੈਂ ਜਦੋਂ ਕੇਸ ਨਹੀਂ ਨਾ ਅਜੇ ਤੱਕ ਕੇਸ ਨਹੀਂ ਨਾ ਰੱਖੇ ਹੋਏ, ਅਤੇ ਮੈਨੂੰ ਹੁਣ ਇਸ ਤਰ੍ਹਾਂ ਫੀਲ ਹੁੰਦਾ, ਮਹਿਸੂਸ ਹੁੰਦਾ ਕਿ ਮੈਂ ਅਧੂਰਾ ਹਾਂ ਜ਼ਿੰਦਗੀ ਦੇ ਵਿੱਚ, ਮੈਂ ਪੂਰਾ ਨਹੀਂ ਹਾਂ। ਪੂਰਨਤਾ ਜਿਹੜੀ ਹੈ ਉਹ ਸਿਰ ਦੇ ਉੱਤੇ ਕੇਸ ਰੱਖਿਆ ਹੀ ਪੂਰੀ ਹੋਵੇਗੀ। ਅਤੇ ਕਹਿੰਦੇ ਅੱਗੋਂ ਮਾਤਾ ਨੇ ਸ਼ਾਇਦ ਮੈਨੂੰ ਇਹ ਕਹਿ ਦਿੱਤਾ ਵੀ ਕੋਈ ਨਹੀਂ ਤੂੰ 10ਵੀਂ ਕਲਾਸ ਕਰ ਲਾ, ਤੂੰ ਫਿਰ ਰੱਖ ਲਈ। ਕਹਿੰਦੇ ਪਰ ਮਾਤਾ ਦਾ ਇਕਲੌਤਾ ਬੱਚਾ ਸਾ, ਮਾਤਾ ਪਿਆਰ ਵੀ ਕਰਦੀ ਸੀ, ਮੰਨ ਕੇ ਕਰਦੇ। ਉਹਨਾਂ ਨੇ ਇਸ ਗੱਲ ਨੂੰ ਲਿਖਿਆ ਹੈ। ਮੈਂ ਇੱਥੇ ਗੱਲ ਆਪਣੀ ਸਮਾਪਤ ਕਰਾਂਗਾ, ਅਸੀਂ ਸ਼ਬਦ ਦੇ ਵੱਲ ਆਈਏ। ਉਹ ਕਹਿੰਦੇ ਨੇ ਵੀ ਜ਼ਿੰਦਗੀ ਦੇ ਵਿੱਚ ਮੈਂ ਜੇ ਕੁਝ ਸਿੱਖਿਆ ਹੈ ਨਾ, ਤਾਂ ਮੈਂ ਗੁਰਦੁਆਰਿਆਂ ਦੇ ਵਿੱਚੋਂ ਸਿੱਖਿਆ ਹੈ। ਮੈਂ ਜੋ ਕੁਝ ਸਿੱਖਿਆ ਹੈ ਨਾ, ਮੈਂ ਸਿਰਫ ਇਹ ਨਹੀਂ ਵੀ ਇਕੱਲਾ ਉਸ ਗੁਰਦੁਆਰੇ ਦੇ ਵਿੱਚੋਂ। ਉਹਨਾਂ ਦੀ ਜ਼ਿੰਦਗੀ ਪੜ੍ਹੋਗੇ, ਗੁਰਦੁਆਰਾ ਰੇਰੂ ਸਾਹਿਬ
ਭੁੱਖੇ ਸੀ, ਸਵੇਰੇ ਉੱਥੇ ਪਹੁੰਚੇ, ਮਾਹੌਲ ਵੇਖਿਆ ਗੁਰਦੁਆਰੇ ਦਾ, ਕਹਿੰਦੇ ਮੈਂ ਸੋਚਦਾ ਸੀ ਵੀ ਸਿਰਫ ਲੰਗਰ ਦੀ ਇੱਥੇ ਘਾਟ ਜਿਹੜੀ ਹੈ ਉਹ ਲੋਕਾਂ ਦੀ ਲੋੜ ਪੂਰੀ ਹੁੰਦੀ ਹੈ, ਖਾਣ ਪੀਣ ਵੀ ਖੁੱਲ੍ਹਾ, ਪਰ ਕਹਿੰਦੇ ਜਦੋਂ ਉੱਥੇ ਵੇਖਿਆ ਵੀ ਸੰਤ ਅਤਰ ਸਿੰਘ ਜਿਹੜੇ ਸੀ ਉਹ ਫੌਜੀ ਜਵਾਨ ਛੁੱਟੀ ਆਏ ਸੀ, ਉਹਨਾਂ ਦੇ ਨਾਲ ਬਚਨ ਵਿਲਾਸ ਕਰਦੇ ਪਏ ਸੀ, ਉਹਨਾਂ ਨੂੰ ਗੁਰਮਤਿ ਸਮਝਾ ਰਹੇ ਸੀ। ਕਹਿੰਦੇ ਮੈਂ ਸੋਚਦਾ ਵੀ ਸਿਰਫ ਲੰਗਰ ਦਾ ਪਾਸਾ ਹੈ, ਇੱਥੇ ਗਿਆਨ ਵੀ ਪੂਰਾ ਮਿਲ ਸਕਦਾ। ਉਹ ਕਹਿੰਦੇ ਮੈਨੂੰ ਗੁਰਦੁਆਰੇ ਨੇ ਇਹ ਚੀਜ਼ਾਂ ਸਿਖਾਈਆਂ ਸੀ ਵੀ ਬੌਧਿਕ ਪੱਧਰ ਦੇ ਉੱਤੇ ਅਤੇ ਸੇਵਾ ਵਾਲੇ ਪੱਧਰ ਦੇ ਉੱਤੇ ਕਿੱਦਾਂ ਤਰੱਕੀ ਕਰਨੀ ਹੈ। ਇੱਕ ਛੋਟੀ ਜਿਹੀ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ। ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਉਹ ਕਹਿੰਦੇ ਸੀ ਮੇਰਾ ਘਰ ਜਿਹੜਾ ਨਾ ਉਹ ਹਿੰਦੂ ਪਰਿਵਾਰ ਸੀ, ਅਤੇ ਇਸ ਪਰਿਵਾਰ ਦੇ ਵਿੱਚ ਸੁਭਾਵਿਕ ਮੈਨੂੰ ਉਹੀ ਕਹਾਣੀਆਂ ਸੁਣਾਈਆਂ ਗਈਆਂ ਸੀ ਜਿਹੜੀਆਂ ਹਿੰਦੂ ਘਰਾਂ ਦੇ ਵਿੱਚ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ ਨੇ। ਅਤੇ ਕਹਿੰਦੇ ਮੈਨੂੰ ਬਚਪਨ ਦੇ ਵਿੱਚ ਮੇਰੀ ਮਾਤਾ ਇੱਕ ਗੱਲ ਸੁਣਾਉਂਦੀ ਹੁੰਦੀ ਸੀ ਵੀ ਸ਼ਿਵ ਜਿਹੜੇ ਨੇ ਨਾ, ਵੇਖੋ ਜਦੋਂ ਪੋਜ਼ੀਟਿਵਿਟੀ ਲੈਣੀ ਹੋਵੇ, ਸ਼ਿਵ ਜਿਹੜੇ ਨੇ ਉਹ ਉਦੋਂ ਸੌਂਦੇ ਨੇ ਜਦੋਂ ਸਾਰੇ ਸੰਸਾਰ ਨੂੰ ਰੋਟੀ ਦੇ ਦਿੱਤੀ ਜਾਵੇ। ਉਹ ਕਹਿੰਦੇ ਪ੍ਰਹਿਲਾਦ ਇੱਦਾਂ ਦਾ ਸੀ, ਵੈਸੇ ਇਹ ਗੱਲ ਵਿਸ਼ਨੂੰ ਨਾਲ ਜੋੜੀ ਜਾਂਦੀ ਹੈ। ਪ੍ਰਹਿਲਾਦ ਭਗਤ ਨੇ ਕਹਿੰਦੇ ਇੱਕ ਵਾਰ, ਮਾਫ਼ ਕਰਨਾ, ਧਰੂਵ ਭਗਤ ਨੇ ਇੱਕ ਵਾਰ ਰੱਬ ਨੂੰ ਕਿਹਾ, ਜੋ ਉਹਨਾਂ ਦੀ ਕਹਾਣੀ ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਸੀ। ਧਰੂਵ ਭਗਤ ਨੇ ਰੱਬ ਨੂੰ ਅਰਦਾਸ ਕੀਤੀ ਵੀ ਰੱਬ ਜੀ ਮੈਂ ਤੁਹਾਡੇ ਨੇੜੇ ਰਹਿਣਾ ਚਾਹੁੰਦਾ, ਤਾਂ ਰੱਬ ਨੇ ਕਿਹਾ ਵੀ ਤੂੰ ਮੇਰਾ ਬੋਡੀਗਾਰਡ ਬਣ ਜਾ, ਮੇਰਾ ਅਰਦਲੀ ਬਣ ਜਾ, ਹਰ ਵੇਲੇ ਫਿਰ ਮੇਰੇ ਨੇੜੇ ਰਵੇਂਗਾ। ਉਹ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਇਹ ਗੱਲ ਸਿੱਖੀ ਵੀ ਜਦੋਂ ਮੈਂ ਸਵੇਰ ਤੋਂ ਸ਼ਾਮਾਂ ਤੱਕ ਲੋਕਾਂ ਦੀ ਲੰਗਰ ਦੇ ਨਾਲ ਸੇਵਾ ਕਰਦਾ ਸੀ ਨਾ, ਅਤੇ ਮੈਨੂੰ ਇੰਝ ਲੱਗਦਾ ਸੀ ਵੀ ਜਿਹੜੀ ਮੇਰੇ ਘਰਦਿਆਂ ਨੇ ਸ਼ਿਵ ਦੀ ਗੱਲ ਦੱਸੀ ਸੀ ਉਹ ਸੇਵਾ ਮੈਨੂੰ ਮਾਲਕ ਨੇ ਬਖਸ਼ ਦਿੱਤੀ ਹੈ। ਮੈਂ ਲੋਕਾਂ ਦੀ ਜਿਹੜੀ ਹੈ ਉਹ ਘਾਟ ਉਹ ਪੂਰੀ ਕਰਦਾ ਪਿਆ ਹਾਂ, ਭਾਵੇਂ ਕਿ ਮੈਂ ਸਿਰਫ ਵਰਤਾਉਣ ਵਾਲਾ ਹਾਂ। ਜਿੱਦਾਂ ਸ਼ਿਵ ਕਿਸੇ ਨੂੰ ਭੁੱਖਾ ਵੇਖ ਕੇ ਬਰਦਾਸ਼ਤ ਨਹੀਂ ਨਾ ਕਰਦੇ, ਕਹਿੰਦੇ ਮੈਨੂੰ ਵੀ ਇੰਝ ਲੱਗਦਾ ਸੀ ਵੀ ਕਿਸੇ ਨੂੰ ਭੁੱਖਾ ਨਹੀਂ ਰਹਿਣਾ ਚਾਹੀਦਾ। ਅਤੇ ਉਹ ਚੀਜ਼ ਕਿੱਥੋਂ ਪੂਰੀ ਹੋਈ? ਉਹ ਗੁਰਦੁਆਰੇ ਦੇ ਲੰਗਰ ਦੇ ਵਿੱਚੋਂ ਪੂਰੀ ਹੋ ਗਈ। ਅਤੇ ਕਹਿੰਦੇ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਇੱਕ ਸ਼ਬਦ ਨੂੰ ਸੁਣਨਾ, ਕਦੀ ਕਿਸੇ ਰੱਬ ਦੇ ਪਿਆਰੇ ਨੇ ਆ ਜਾਣਾ, ਉਹਨੇ ਕੋਈ ਗੱਲ ਸੁਣਾ ਜਾਣੀ, ਉਹਨੇ ਨੇ ਬੜਾ ਲੰਮਾ ਜੀਵਨ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਗੁਰਦੁਆਰਿਆਂ ਦਾ, ਵੀ ਕਦੀ ਕਿਸੇ ਰੱਬ ਦੇ ਪਿਆਰੇ ਨੇ ਗੁਰਦੁਆਰੇ ਆ ਕੇ ਕੋਈ ਗੱਲ ਦੱਸ ਜਾਣੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚੋਂ ਕੋਈ ਸ਼ਬਦ ਸੁਣਨਾ, ਸਾਰਾ ਦਿਨ ਕੀਰਤਨ ਸੁਣਦੇ ਰਹਿਣਾ। ਅਤੇ ਇਹਦੇ ਵਿੱਚੋਂ ਮੇਰੀ ਉਹ ਘਾਟ ਪੂਰੀ ਹੋ ਗਈ। ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਰਹਿੰਦਾ, ਮੈਨੂੰ ਇੰਝ ਲੱਗਦਾ ਹੁੰਦਾ ਸੀ ਵੀ ਜਿੱਦਾਂ ਕਿਤੇ ਰੱਬ ਨੇ ਧਰੂਵ ਭਗਤ ਨੂੰ ਕਿਹਾ ਸੀ ਨੇ ਵੀ ਤੂੰ ਮੇਰਾ ਅਰਦਲੀ ਬਣ ਜਾ ਅਤੇ ਸਾਰੀ ਜ਼ਿੰਦਗੀ ਮੇਰੇ ਲਾਗੇ ਰਹੇਂਗਾ। ਮੈਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਰਹਿ ਕੇ ਅਤੇ ਉਹ ਮਹਿਸੂਸ ਕੀਤਾ। ਇਹ ਦੋ ਚੀਜ਼ਾਂ ਗੁਰਦੁਆਰੇ ਵਿੱਚੋਂ ਆਈਆਂ। ਜੇ ਅਸੀਂ ਗੁਰਦੁਆਰੇ ਨੂੰ ਇਸ ਪਾਸੇ ਦਾ ਸਮਝਦੇ ਹਾਂ ਤਾਂ ਇਹ ਜ਼ਿੰਦਗੀਆਂ ਬਣੀਆਂ ਨੇ ਉਹਨਾਂ ਬੰਦਿਆਂ ਦੀਆਂ ਜਿਨ੍ਹਾਂ ਨੇ ਵਾਕਿਆ ਹੀ ਗੁਰਦੁਆਰੇ ਨੂੰ ਸਮਝਿਆ। ਔਰ ਸਤਿਗੁਰੂ ਕੀ ਕਹਿ ਰਹੇ ਨੇ? ਦਾਤਾਰ ਕਹਿੰਦੇ ਗੁਰਦੁਆਰੇ ਨੂੰ ਫੜ ਕੇ ਰੱਖ, ਸੰਗਤ ਨੂੰ ਸੰਭਾਲ ਕੇ ਰੱਖ, ਤੇਰੀ ਜ਼ਿੰਦਗੀ ਦੇ ਵਿੱਚੋਂ ਇਹ ਨਹੀਂ ਛੁੱਟਣੀ ਚਾਹੀਦੀ। ਜਿੱਦਣ ਇਹ ਛੁੱਟੀ, ਭਾਵੇਂ ਮੈਂ ਹਾਂ ਅਤੇ ਭਾਵੇਂ ਕੋਈ ਵੀ ਹੈ, ਉਦਣ ਹੋਰਨਾਂ ਚੀਜ਼ਾਂ ਦੀ ਸੰਗਤ ਆ ਜਾਵੇਗੀ ਅਤੇ ਜੈਸੀ ਸੰਗਤ ਤੈਸੀ ਰੰਗਤ ਹੋ ਜਾਂਦੀ ਹੈ ਬਸ। ਇਸ ਕਰਕੇ ਇਹ ਬੜੇ ਧਿਆਨ ਦੀ ਗੱਲ ਹੈ, ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਕਿਸ ਵੇਲੇ ਸੰਗਤ ਦੇ ਵਿੱਚ ਲਾਉਂਦੇ ਹਾਂ ਔਰ ਕਿੱਦਾਂ ਦੀ ਸੰਗਤ ਦੇ ਵਿੱਚ ਲਾਉਂਦੇ ਹਾਂ। ਸਤਿਗੁਰੂ ਦੀ ਫਿਰ ਇਸ ਤਾਕੀਦ ਵਾਲੇ ਬੋਲ ਨੂੰ ਸਮਝੀਏ। ਸਤਿਗੁਰੂ ਕਹਿੰਦੇ ਬਾਬਾ ਇਹ ਭਾਈ ਜੈ ਘਰ ਕਰਤੇ ਕੀਰਤ ਹੋਏ, ਜਿਸ ਘਰ ਦੇ ਵਿੱਚ ਰੱਬ ਦੀ ਕੀਰਤੀ ਹੋ ਰਹੀ ਹੈ ਤੂੰ ਕੀ ਕਰ, ਸੋ ਕਰ ਰਾਖ। ਤੂੰ ਇੱਕੋ ਕੰਮ ਕਰ, ਤੂੰ ਇਹਨੂੰ ਨਿਤਨੇਮ ਬਣਾ ਲਾ ਵੀ ਤੂੰ ਸੰਗਤ ਦੇ ਵਿੱਚ ਆਉਣਾ ਹੀ ਆਉਣਾ ਹੈ। ਆ ਕੇ ਕੀ ਕਰਨਾ ਹੈ ਉਹ ਅੱਗੇ ਦੀ ਵਿਚਾਰ ਹੈ। ਸੋ ਕਰ ਰਾਖ ਵਡਾਈ ਤੋਏ, ਤੇਰੀ ਵਡਿਆਈ ਇਸ ਗੱਲ ਦੇ ਵਿੱਚ ਹੈ ਵੀ ਤੂੰ ਇਸ ਘਰ ਨੂੰ ਸੰਭਾਲ। ਕਿਤੇ ਨਾ ਕਿਤੇ ਤੇ ਗੱਲ ਕੰਨ ਦੇ ਵਿੱਚ ਪੈ ਹੀ ਜਾਂਦੀ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਇਹ ਨਹੀਂ ਅਸੀਂ ਬੋਲਣ ਵਾਲੇ ਹਾਂ, ਸਿੱਖਦੇ ਹਾਂ ਸਾਰੇ। ਫਿਰ ਗੁਰੂ ਸਾਹਿਬ ਕਹਿੰਦੇ ਨੇ ਵੀ ਭਾਈ ਸੰਗਤ ਦੇ ਵਿੱਚ ਆ ਕੇ ਨਾ ਇੱਕ ਹੋਰ ਚੀਜ਼ ਸਿੱਖਣੀ ਸ਼ੁਰੂ ਕਰ। ਇਹ ਗੁਰਮਤਿ ਦਾ ਬੜਾ ਵੱਖਰਾ ਅਤੇ ਬੜੇ ਕਮਾਲ ਦਾ ਨਜ਼ਰੀਆ ਹੈ ਜੇ ਇਹਨੂੰ ਸਮਝ ਗਏ। ਇਹਦੇ ਵਿੱਚ ਜਿਹੜਾ ਗੁਰਮਤਿ ਦਾ ਨਜ਼ਰੀਆ ਹੈ ਨਾ, ਜੋ ਅੱਜ ਦੇ ਵਿਚਾਰਵਾਨ ਨੇ ਇਸ ਪਾਸੇ ਨੂੰ ਵੀ ਬੋਲਦੇ ਪਏ ਨੇ, ਜੇ ਅਸੀਂ ਸਮਝ ਜਾਈਏ ਗੁਰਮਤਿ ਦੇ ਵਿੱਚ ਡਾਈਵਰਸਿਟੀ ਹੈ। ਗੁਰਮਤਿ ਸੰਸਾਰ ਨੂੰ ਇੱਦਾਂ ਵੇਖਦੀ ਹੈ ਕਿ ਸੰਸਾਰ ਦੇ ਵਿੱਚ ਵਿਭਿੰਨਤਾ ਹੈ, ਹਰ ਇੱਕ ਨੂੰ ਆਪਣੀ ਗੱਲ ਅਤੇ ਆਪਣੇ ਤਰੀਕੇ ਕਹਿਣ ਦੀ ਆਦਤ ਹੈ, ਉਹਨੂੰ ਆਜ਼ਾਦੀ ਹੈ। ਇੱਥੇ ਉਹ ਨਹੀਂ ਗੱਲ ਕਿ ਹਰ ਇੱਕ ਸੇਮ ਹੀ ਹੋ ਜਾਵੇ। ਜਿੱਦਾਂ ਜੇ ਰੰਗ ਕਰਨਾ ਤਾਂ ਸਾਰੇ ਦੇਸ਼ ਨੂੰ ਇੱਕੋ ਹੀ ਰੰਗ ਦੇ ਵਿੱਚ ਕਰ ਦਿਓ, ਜੇ ਧਰਮ ਬਣਾਉਣਾ ਤਾਂ ਸਾਰਿਆਂ ਦਾ ਇੱਕੋ ਜਿਹਾ ਹੀ ਧਰਮ ਬਣਾ ਦਿਓ, ਜੇ ਰੋਟੀ ਪਾਣੀ ਨਿਸ਼ਚਿਤ ਕਰਨਾ ਤਾਂ ਸਾਰੇ ਦੇਸ਼ ਦਾ ਇੱਕੋ ਹੀ ਰੋਟੀ ਪਾਣੀ ਨਿਸ਼ਚਿਤ ਕਰ ਦਿਓ। ਜਿੱਦਾਂ ਅੱਜ ਕੱਲ੍ਹ ਜ਼ੋਰ ਚੱਲਦਾ ਪਿਆ, ਤੁਸੀਂ ਕਿਤੇ ਵੇਖੋ ਕਿ ਇਹ ਗੁਰਮਤਿ ਦਾ ਜਿਹੜਾ ਨਜ਼ਰੀਆ ਨਹੀਂ ਹੈ। ਗੁਰਮਤਿ ਦੇ ਵਿੱਚ ਡਾਈਵਰਸਿਟੀ ਹੈ। ਜਿੱਦਾਂ ਇੱਕ ਬਾਗ ਦੇ ਵਿੱਚ ਇੱਕੋ ਜਿਹੇ ਸਾਰੇ ਫੁੱਲ ਹੋ ਜਾਣ ਤਾਂ ਬਾਗ ਦੀ ਕੀ ਸੁੰਦਰਤਾ ਰਹਿ ਜਾਂਦੀ ਹੈ? ਕੁਝ ਵੀ ਨਹੀਂ। ਪਰ ਉਸੇ ਬਾਗ ਦੇ ਵਿੱਚ ਜੇ 100 ਫੁੱਲ ਨੇ ਅਤੇ 100 ਹੀ ਹਰੇਕ ਵੱਖਰੀ ਵੱਖਰੀ ਕਿਸਮ ਦੇ ਨੇ, ਉਹੀ ਬਾਗ ਸੋਹਣਾ ਲੱਗਣ ਲੱਗ ਪੈਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿਧਾਂਤ ਹੈ ਨਾ, ਉਹ ਅਨੇਕਤਾ ਦੇ ਵਿੱਚੋਂ ਏਕਤਾ ਲੱਭਣ ਵਾਲਾ ਹੈ। ਮਤਲਬ ਸਾਡੇ ਸਾਰਿਆਂ ਦੇ ਵਿੱਚੋਂ ਵੇਖ ਕੇ ਵੀ ਦਾਤਾਰ ਕਹਿੰਦੇ ਇੱਕ ਰੱਬ ਹੈ।
ਅੱਜ ਕੱਲ੍ਹ ਦੀ ਮਾਨਸਿਕਤਾ ਜਦੋਂ ਸੌੜੀ ਹੋ ਜਾਂਦੀ ਹੈ ਨਾ, ਜਿਹਨੂੰ ਨਾਰੋ ਮਾਈਂਡਡ ਸੋਚ ਕਿਹਾ ਜਾਂਦਾ, ਉਹ ਸਾਰਿਆਂ ਨੂੰ ਇੱਕੋ ਜਿਹਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਬਾਬਾ ਨਹੀਂ ਇੱਦਾਂ ਕਰਦੇ। ਸਤਿਗੁਰੂ ਕਹਿੰਦੇ ਨਹੀਂ, ਹਰ ਇੱਕ ਬੰਦੇ ਦੀ ਇੱਕ ਸ਼ਖਸੀ ਰਹਿਣੀ ਹੈ, ਪਰ ਉਹ ਸ਼ਖਸੀ ਰਹਿਣੀ ਇੱਦਾਂ ਦੀ ਹੈ ਕਿ ਉਹ ਸ਼ਖਸੀ ਰਹਿਣੀ ਦੇ ਵਿੱਚ ਰੱਬ ਵਾਲੇ ਪਾਸੇ ਤੁਰਦਾ ਹੋਵੇ, ਬਾਕੀ ਆਪਣੀ ਜ਼ਿੰਦਗੀ ਦੇ ਵਿੱਚ ਜਿੱਦਾਂ ਦੇ ਰੰਗ ਉਹਦੇ ਕੋਲ ਨੇ ਉਹ ਕਮਾਲ ਹੈ। ਮੈਂ ਫਿਰ ਕਹਿ ਦੇਵਾਂ, ਦੇਖੋ ਵਾਹਿਗੁਰੂ ਬਖਸ਼ਿਸ਼ ਕਰੇ, ਇਸੇ ਸ਼ਬਦ ਨੂੰ ਤੁਸੀਂ ਸਮਝੋਗੇ ਤਾਂ ਤੁਸੀਂ ਕਿਸੇ ਹੋਰ ਪਾਸੇ ਤੋਂ ਸਮਝੋਗੇ, ਅਤੇ ਮੈਂ ਸਮਝਦਾ ਪਿਆ ਅਤੇ ਮੈਂ ਕਿਸੇ ਹੋਰ ਪਾਸੇ ਤੋਂ ਸਮਝਦਾ ਪਿਆ ਹਾਂ। ਇਹਦਾ ਮਤਲਬ ਕੀ ਹੈ? ਗੁਰੂ ਬਾਬੇ ਨੇ ਤੁਹਾਨੂੰ ਨੇੜਤਾ ਕਿਸੇ ਹੋਰ ਪਾਸੇ ਤੋਂ ਦਿੱਤੀ ਹੈ, ਮੈਨੂੰ ਨੇੜਤਾ ਕਿਸੇ ਹੋਰ ਪਾਸੇ ਤੋਂ ਦਿੱਤੀ ਹੈ। ਪ੍ਰੋਫੈਸਰ ਸਾਹਿਬ ਸਿੰਘ ਦਾ ਤੇ ਅਸੀਂ ਆਸਰਾ ਲਿਆ ਹੈ ਅਰਥਾਂ ਨੂੰ ਸਮਝਣ ਦੀ ਖਾਤਰ। ਗੁਰਮਤਿ ਦਾ ਨਜ਼ਰੀਆ ਜਿਹੜਾ ਹੈ ਨਾ, ਉਹ ਅਨੇਕਤਾ ਦੇ ਵਿੱਚੋਂ ਏਕਤਾ ਲੱਭਣ ਦਾ ਹੈ ਕਿ ਹਰ ਇੱਕ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਵੀ ਹੈ, ਪਰ ਉਸ ਆਜ਼ਾਦੀ ਨੂੰ ਇਕੱਠਾ ਜਦੋਂ ਅਸੀਂ ਕਰਾਂਗੇ ਤਾਂ ਫਿਰ ਵੀ ਧਿਆਨ ਸਾਡਾ ਇੱਕ ਮਾਲਕ ਦੇ ਵੱਲ ਹੋਵੇਗਾ। ਮਤਲਬ ਇੱਥੇ ਅਸੀਂ ਇਕੱਠੇ ਵੀ ਹਾਂ, ਪਰ ਫਿਰ ਵੀ ਇਕੱਠੇ ਹੋ ਕੇ ਵੀ ਵੱਖ-ਵੱਖ ਹਾਂ। ਹਰ ਇੱਕ ਨੂੰ ਆਪਣੇ ਰੂਪ ਦੇ ਵਿੱਚ ਮੌਲਣ ਦਾ ਅਧਿਕਾਰ ਜਿਹੜਾ ਹੈ ਉਹ ਸਤਿਗੁਰੂ ਦੇ ਰਹੇ ਨੇ। ਹੋ ਸਕਦਾ ਹੈ ਇਸ ਪਾਸੇ ਦੇ ਖਿਆਲ ਕਈਆਂ ਦੇ ਵੱਖਰੇ ਹੋਣ, ਪਰ ਸਤਿਗੁਰੂ ਨੇ ਉਦਾਹਰਣ ਵੇਖੋ ਕਿਹੜੀ ਦਿੱਤੀ ਹੈ। ਜਿੰਨੇ ਵੀ ਸ਼ਾਸਤਰ ਨਿਕਲੇ ਨੇ ਨਾ, ਵੈਸੇ 6 ਨੇ ਗਿਣਤੀ ਦੇ ਵਿੱਚ, ਇਹ ਨਿਕਲੇ ਵੇਦਾਂ ਦੇ ਵਿੱਚੋਂ ਨੇ। ਇਹ ਜਿੰਨੇ ਵੀ ਸ਼ਾਸਤਰ ਗੱਲ ਕਰਨਗੇ ਇਹ ਗੱਲ ਵੇਦਾਂ ਦੀ ਹੀ ਕਰਨਗੇ, ਪਰ ਇੱਕ ਸ਼ਾਸਤਰ ਦੀ ਖਿਆਲ, ਇੱਕ ਸ਼ਾਸਤਰ ਦੀ ਵਿਚਾਰ ਦੂਸਰੇ ਨਾਲ ਨਹੀਂ ਮਿਲਦੀ। ਇਹ 6 ਸ਼ਾਸਤਰ ਨੇ ਜਿਨ੍ਹਾਂ ਦੇ ਬਾਰੇ ਅਸੀਂ ਜਦੋਂ ਪੜ੍ਹਦੇ ਹਾਂ, ਜਿਹਦੇ ਵਿੱਚ ਸਾਂਖ ਹੈ, ਨਿਆਏ ਹੈ, ਵੈਸ਼ੇਸ਼ਕ ਹੈ, ਯੋਗ ਹੈ, ਮੀਮਾਂਸਾ ਹੈ, ਵੇਦਾਂਤ ਹੈ। ਇਹਨੂੰ ਫਿਰ ਲਿਖਣ ਵਾਲੇ ਵੀ 6 ਨੇ। ਅਸੀਂ ਅਰਥਾਂ ਦੇ ਵਿੱਚ ਵੇਖਾਂਗੇ। 6 ਕਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਸ਼ਾਸਤਰ ਨਿਕਲੇ ਨੇ ਵੇਦਾਂ ਦੇ ਵਿੱਚੋਂ, ਇੱਕ ਸ਼ਾਸਤਰ ਦੂਸਰੇ ਨਾਲ ਮੈਚ ਨਹੀਂ ਕਰਦਾ। ਇੱਕ ਦਾ ਖਿਆਲ ਜੇ ਇਹ ਹੈ ਨਾ ਵੀ ਸਾਰਾ ਕੁਝ ਰੱਬ ਕਰਨ ਵਾਲਾ ਹੈ, ਦੂਸਰਾ ਕਹਿੰਦਾ ਨਹੀਂ ਕਰਮ ਸਾਰਾ ਕੁਝ ਕਰਦੇ ਨੇ, ਤੀਸਰਾ ਕਹਿੰਦਾ ਨਹੀਂ ਸਮਾਂ ਸਾਰਾ ਕੁਝ ਕਰਦਾ ਹੈ। ਮਤਲਬ ਖਿਆਲ ਸਾਰੇ ਇੱਕੋ ਪਾਸੇ ਤੋਂ ਨਿਕਲੇ ਨੇ, ਪਰ ਖਿਆਲ ਵੱਖਰੇ ਵੱਖਰੇ ਨੇ, ਵੱਖਰੇ ਵੱਖਰੇ ਨੇ। ਭਾਈ ਗੁਰਦਾਸ ਸਾਹਿਬ ਨੇ ਇਹਨਾਂ ਦੇ ਸਾਰਿਆਂ ਦੇ ਹਵਾਲੇ ਦਿੱਤੇ ਨੇ। ਗੁਰੂ ਸਾਹਿਬ ਉਹਨੂੰ ਉਦਾਹਰਣ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਲੈ ਰਹੇ ਨੇ ਵੀ ਭਾਈ ਤੂੰ ਸੰਗਤ ਦੇ ਵਿੱਚ ਆ ਕੇ ਨਾ ਇਸ ਗੱਲ ਨੂੰ ਸਿੱਖਣ ਦੀ ਕੋਸ਼ਿਸ਼ ਕਰ ਵੀ ਸੰਸਾਰ ਦੇ ਵਿੱਚ ਰੰਗ ਬਹੁਤ ਨੇ, ਪਰ ਇਹ ਸਾਰੇ ਰੰਗ ਜਿਹੜੇ ਨੇ ਨਾ ਉਸ ਇੱਕ ਰੱਬ ਤੋਂ ਹੀ ਨਿਕਲਦੇ ਪਏ ਨੇ। ਜਿੱਦਾਂ ਸ਼ਾਸਤਰ ਵੇਦਾਂ ਤੋਂ ਨਿਕਲਦੇ ਪਏ ਨੇ ਨਾ, ਇੱਦਾਂ ਆ ਜੋ ਕੁਝ ਵੀ ਸੰਸਾਰ ਦੇ ਵਿੱਚ ਨਜ਼ਰ ਆਉਂਦਾ, ਕਿਸੇ ਦਾ ਰੰਗ ਵੱਖਰਾ, ਕਿਸੇ ਦਾ ਕੱਦ ਵੱਖਰਾ। ਮੇਰੇ ਪ੍ਰਭ ਸੱਚ ਹੈ ਇੱਕ ਖੇਦ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਜੇ ਉਹਨੇ ਇੱਕੋ ਜਿਹਾ ਪੈਦਾ ਨਹੀਂ ਨਾ ਕੀਤਾ, ਇਹਦਾ ਮਤਲਬ ਹੈ ਕਿਸੇ ਨਾਲ ਕੰਪੈਰੀਜ਼ਨ ਹੋ ਹੀ ਨਹੀਂ ਸਕਦਾ ਇਸ ਜ਼ਿੰਦਗੀ ਦੇ ਵਿੱਚ। ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਅਸੀਂ ਕੰਪੈਰੀਜ਼ਨ ਦੀ ਜ਼ਿੰਦਗੀ ਜੀਂਦੇ ਹਾਂ, ਭਾਵੇਂ ਧਾਰਮਿਕ ਜ਼ਿੰਦਗੀ ਹੋਵੇ ਅਤੇ ਭਾਵੇਂ ਸਾਡੀ ਸਮਾਜਿਕ ਜ਼ਿੰਦਗੀ ਹੋਵੇ। ਇੱਥੇ ਕੰਪੈਰੀਜ਼ਨ ਸਿਰਫ ਆਪਣੇ ਨਾਲ ਹੈ। ਇਸ ਕਰਕੇ ਦਾਤਾਰ ਕਹਿੰਦੇ ਨੇ ਜਨ ਨਾਨਕ ਬਿਨ ਆਪਾ ਚੀਨੈ। ਗੁਰੂ ਸਾਹਿਬ ਇਹਨੇ ਕਿ ਬਾਕੀਆਂ ਵੱਲ ਵੇਖ, ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। 6 ਸ਼ਾਸਤਰ ਨੇ, 6ਾਂ ਦੀ ਵਿਚਾਰ ਇੱਕ ਦੂਸਰੇ ਨਾਲ ਨਹੀਂ ਮਿਲਦੀ, ਅਤੇ ਸੁਭਾਵਿਕ ਹੈ ਮਾਲਕ ਨੇ ਜਿੰਨੀ ਵੀ ਭਿੰਨਤਾ ਪੈਦਾ ਕੀਤੀ ਹੈ ਉਹਦੇ ਵਿੱਚ ਇੱਕ ਬੰਦੇ ਦੀ ਸੋਚ ਦੂਸਰੇ ਨਾਲ ਕਦੀ ਮਿਲ ਹੀ ਨਹੀਂ ਸਕਦੀ, ਕਦੀ ਨਹੀਂ ਮਿਲ ਸਕਦੀ। ਕਿਤੇ ਨਾ ਕਿਤੇ ਹਰ ਇੱਕ ਬੰਦਾ, ਇਹ ਬੜੀ ਅੱਗੇ ਜਾ ਕੇ ਗੱਲ ਬਣ ਜਾਂਦੀ ਹੈ ਵੀ ਇੱਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਐ ਸੋਏ, ਵੀ ਹਾਂ ਸਾਰੇ ਸੂਰਜ ਦੇ ਹੇਠਾਂ ਬੈਠੇ ਹੋਏ ਨੇ ਅਤੇ ਸੂਰਜ ਸਾਰਿਆਂ ਨੂੰ ਬਰਾਬਰ ਦਾ ਚਾਨਣ ਦੇ ਰਿਹਾ ਹੈ। ਪਰ ਆਮ ਜਿਹੜੀ ਜ਼ਿੰਦਗੀ ਹੈ ਨਾ, ਉਹਦੇ ਵਿੱਚ ਇੱਕ ਜਾਣੇ ਦੀ ਸੋਚ ਦੂਸਰੇ ਨਾਲੋਂ ਬਿਲਕੁਲ ਡਿਫਰ ਹੈ। ਹੋ ਸਕਦਾ ਹੈ ਕਈਆਂ ਮੁੱਦਿਆਂ ਦੇ ਉੱਤੇ ਬਿਲਕੁਲ ਵੱਖਰਾ ਸੋਚਦਾ ਪਿਆ ਹੋਵੇ, ਔਰ ਇਸੇ ਨੂੰ ਸਾਡੇ ਬਹੁਤੇ ਲੋਕ ਮੁੱਦਾ ਬਣਾ ਲੈਂਦੇ ਨੇ ਵੀ ਤੂੰ ਮੇਰੇ ਵਾਂਗੂ ਕਿਉਂ ਨਹੀਂ ਸੋਚਦਾ। ਨਹੀਂ ਸੋਚ ਸਕਦਾ ਮੈਂ ਕਿੱਦਾਂ ਕਿਸੇ ਨੂੰ ਧੱਕੇ ਨਾਲ ਕਹਿ ਸਕਦਾ ਵੀ ਜੋ ਮੈਂ ਸੋਚਦਾ ਤੁਸੀਂ ਉਹੀ ਸੋਚੋ। ਮੈਂ ਕਿੱਦਾਂ ਕਹਿ ਸਕਦਾ ਕਿ ਜੋ ਮੈਨੂੰ ਗੁਰਮਤਿ ਪਤਾ ਹੈ ਤੁਹਾਨੂੰ ਵੀ ਉਹੀ ਪਤਾ ਹੋਣੀ ਚਾਹੀਦੀ ਹੈ। ਨਹੀਂ, ਤੁਸੀਂ ਬਾਬੇ ਨਾਨਕ ਦੇ ਨਾਲ ਆਪ ਜੁੜੋ ਨਾ। ਅਸੀਂ ਤਾਂ ਸਿਰਫ ਇੱਕ ਤਰੀਕਾ ਹੈ ਵੀ ਦੱਸਦੇ ਪਏ ਹਾਂ, ਬਾਕੀ ਸੰਬੰਧ ਸਾਡਾ ਆਪਣਾ ਹੈ। ਜੋ ਗੁਰਮਤਿ ਦਾ ਜੋ ਸੇਵਾ ਦਾ ਸਵਾਦ ਤੁਹਾਨੂੰ ਹੈ ਉਹ ਮੈਨੂੰ ਨਹੀਂ ਹੈ, ਜੋ ਮੈਨੂੰ ਹੈ ਤੁਹਾਨੂੰ ਨਹੀਂ ਹੈ। ਇਹੋ ਹੀ ਗੁਰਮਤਿ ਦੇ ਵਿੱਚ ਡਾਇਵਰਸਿਟੀ ਹੈ, ਇਹੋ ਹੀ ਗੁਰਮਤਿ ਦੇ ਵਿੱਚ ਵਿਭਿੰਨਤਾ ਹੈ। ਜਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਹਾਨੂੰ ਸਮਝ ਆਉਂਦੀ ਹੈ, ਉੱਦਾਂ ਉਹ ਮੈਨੂੰ ਸਮਝ ਨਹੀਂ ਆਉਂਦੀ। ਹੋ ਸਕਦਾ ਇੱਕ ਸ਼ਬਦ ਸੁਣ ਕੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਜਾਵੇ, ਮੇਰੇ ਵਰਗਾ ਉੱਦਾਂ ਬੈਠਾ ਰਹੇ, ਅਤੇ ਹੋ ਸਕਦਾ ਹੈ ਇੱਕ ਸ਼ਬਦ ਨੂੰ ਪੜ੍ਹ ਕੇ ਮੈਂ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਚਲਾ ਜਾਵਾਂ ਅਤੇ ਆਮ ਬੰਦੇ ਉੱਦਾਂ ਹੀ ਬੈਠੇ ਰਹਿਣ। ਇਹਨੂੰ ਕਿਹਾ ਜਾਂਦਾ ਹੈ ਇੱਕੋ ਹੀ ਸ਼ਬਦ ਦੇ ਵਿੱਚ ਹਰ ਇੱਕ ਬੰਦੇ ਦੀ ਆਪਣੀ ਆਪਣੀ ਪਹੁੰਚ। ਹੁਣ ਗੁਰੂ ਸਾਹਿਬ ਕੀ ਕਹਿ ਰਹੇ ਨੇ? 6 ਘਰ ਕਹਿੰਦੇ, ਵੇਖੋ 6 ਸ਼ਾਸਤਰ ਨੇ, 6 ਗੁਰ, 6 ਹੀ ਇਹਨਾਂ ਨੂੰ ਲਿਖਣ ਵਾਲੇ, ਇਹਨਾਂ ਦੇ ਰਾਈਟਰ ਨੇ। ਸੁਭਾਵਿਕ ਜੀ ਗੱਲ, ਜਦੋਂ ਰਾਈਟਰ 6 ਨੇ ਅਤੇ ਲਿਖਤਾਂ ਵੀ 6 ਹੋ ਗਈਆਂ, ਲਿਖਤਾਂ 6 ਨੇ ਅਤੇ ਲਿਖਣ ਦੇ ਤਰੀਕੇ ਵੀ 6 ਹੋ ਗਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਟੀਕਾ ਲੈ ਲਓ, ਇੱਕ ਟੀਕਾ ਦੂਸਰੇ ਨੂੰ ਨਹੀਂ ਮਿਲਦਾ।
ਜਪਜੀ ਸਾਹਿਬ ਦੀ ਵਿਆਖਿਆ ਇੰਨਿਆਂ ਜਾਣਿਆਂ ਨੇ ਕੀਤੀ ਹੈ, ਇੱਕ ਜਾਣੇ ਦੀ ਵਿਆਖਿਆ ਦੂਸਰੇ ਨਾਲੋਂ ਲਗਭਗ ਵੱਖ ਹੋ ਜਾਂਦੀ ਹੈ। ਉਹ ਕਹਿੰਦਾ ਮੈਨੂੰ ਆਹ ਚੀਜ਼ ਇੱਦਾਂ ਲੱਗਦੀ ਹੈ, ਦੂਸਰਾ ਕਹਿੰਦਾ ਨਹੀਂ ਇੱਦਾਂ ਲੱਗਦੀ ਹੈ। 6 ਘਰ 6 ਗੁਰ 6 ਉਪਦੇਸ਼, ਇਹਨਾਂ ਦੇ ਉਪਦੇਸ਼ ਵੀ ਫਿਰ 6 ਨੇ, ਮਤਲਬ ਹਰ ਇੱਕ ਦਾ ਆਪਣਾ ਆਪਣਾ ਉਪਦੇਸ਼, ਹਰ ਇੱਕ ਦੀ ਆਪਣੀ ਆਪਣੀ ਸਿੱਖਿਆ। ਪਰ ਗੱਲ ਕਿਹਦੀ ਕਰਦੇ ਨੇ? ਵੇਦਾਂ ਦੀ ਗੱਲ ਕਰਦੇ ਨੇ। ਇਹ ਗੁਰੂ ਸਾਹਿਬ ਨਹੀਂ ਗੱਲ ਕਰਦੇ ਪਏ, ਗੁਰੂ ਸਾਹਿਬ ਉਹਨਾਂ ਦਾ ਹਵਾਲਾ ਦੇ ਰਹੇ ਨੇ ਵੀ ਵੇਖੋ ਨਿਕਲਿਆ ਗਿਆਨ ਸਾਰਾ ਵੇਦਾਂ ਦੇ ਵਿੱਚੋਂ ਹੈ, ਪਰ ਇੱਕ ਦੂਸਰੇ ਨਾਲ ਨਹੀਂ ਮਿਲਦਾ। ਫਿਰ ਹੁਣ ਗੁਰੂ ਸਾਹਿਬ ਕਹਿੰਦੇ ਗੁਰ ਗੁਰ ਏਕੋ ਵੇਸ ਅਨੇਕ, ਅਤੇ ਜਿੰਨੇ ਵੀ ਉਹ 6 ਸ਼ਾਸਤਰ ਨੇ ਅਤੇ ਇਹਨਾਂ 6 ਸ਼ਾਸਤਰਾਂ ਨੂੰ ਲਿਖਣ ਵਾਲੇ ਨੇ, ਚਾਹੇ ਉਹ ਕਪਲ ਹੈ, ਚਾਹੇ ਉਹ ਗੌਤਮ ਹੈ, ਕਣਾਦ ਹੈ, ਪਤੰਜਲੀ ਹੈ, ਜਾਂ ਇਹਦੇ ਵਿੱਚ ਜੈਮਨੀ ਹੈ, ਜਿੰਨੇ ਵੀ ਨੇ ਇਹ ਸਾਰੇ ਨੇ। ਦਾਤਾਰ ਕਹਿੰਦੇ ਇਹਨਾਂ ਦਾ ਗੁਰੂ ਇੱਕ ਹੈ, ਮਤਲਬ ਇਹਨਾਂ ਨੂੰ ਲਿਖਣ ਦੀ ਤਾਕਤ ਦੇਣ ਵਾਲਾ, ਇਹਨਾਂ ਨੂੰ ਸਮਝਣ ਦੀ ਤਾਕਤ ਦੇਣ ਵਾਲਾ, ਭਾਵੇਂ ਉਹਨਾਂ ਨੇ ਵੇਦਾਂ ਬਾਰੇ ਲਿਖਿਆ ਹੈ, ਪਰ ਲਿਖਣ ਦੀ ਤਾਕਤ ਦੇਣ ਵਾਲਾ ਕੇਵਲ ਅਤੇ ਕੇਵਲ ਰੱਬ ਹੈ। ਇਹ ਠੀਕ ਹੈ, ਇੱਕ ਦੀ ਸੋਚ ਦੂਸਰੇ ਨਾਲ ਨਹੀਂ ਮਿਲਦੀ, ਦੂਸਰੇ ਦੀ ਤੀਸਰੇ ਨਾਲ ਨਹੀਂ ਮਿਲਦੀ, ਪਰ ਇਹਨਾਂ ਸਾਰਿਆਂ ਨੂੰ ਸੋਚ ਦੇਣ ਵਾਲਾ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਗੁਰ ਗੁਰ ਇੱਕੋ, ਗੁਰੂ ਇੱਕੋ ਹੀ ਹੈ, ਵੇਸ ਅਨੇਕ, ਪਰ ਉਹਦੇ ਵੇਸ ਜਿਹੜੇ ਨੇ ਨਾ, ਉਹਦੇ ਜਿਹੜੇ ਪਹਿਰਾਵੇ ਨੇ, ਉਹਦੇ ਦਿਸਣ ਵਾਲੇ ਰੂਪ ਨੇ, ਉਹ ਬੜੇ ਹੋਰ ਨੇ, ਉਹ ਵੱਖਰੇ ਨੇ। ਇੱਕ ਜਾਣਾ ਦੂਸਰੇ ਨਾਲ ਮਿਲ ਹੀ ਨਹੀਂ ਸਕਦਾ। ਇਹਨੂੰ ਸਤਿਗੁਰੂ ਕਹਿੰਦੇ ਕਉ ਪਇਓ ਮੁੰਡਿਆ ਸੰਨਿਆਸੀ ਕੋਈ ਜੋਗੀ ਪਇਓ, ਕਉ ਬ੍ਰਹਮਚਾਰੀ ਕੋਈ ਜਤੀ ਅਨੁਮਾਨ ਬੋ, ਹਿੰਦੂ ਤੁਰਕ ਕੋਈ ਰਾਫਜੀ ਇਮਾਮ ਸਾਫੀ ਮਾਨਸ ਕੀ ਜਰ ਸਭ ਹੈ ਇੱਕ ਹੈ ਪਹਿਚਾਨ ਬੋ। ਗੁਰ ਗੁਰ ਏਕੋ ਵੇਸ ਅਨੇਕ, ਅੰਦਰ ਮਾਲਕ ਵਾਲੀ ਖਿੱਚ ਇੱਕ ਹੀ ਹੈ, ਪਹਿਰਾਵੇ ਹਰ ਇੱਕ ਦੇ, ਵੇਸ ਹਰ ਇੱਕ ਦੇ ਵੱਖਰੇ ਨੇ, ਜਿੱਦਾਂ ਸਾਡੀਆਂ ਸ਼ਕਲਾਂ ਇੱਕ ਦੂਸਰੇ ਨਾਲ ਨਹੀਂ ਮਿਲਦੀਆਂ। ਫਿਰ ਸਤਿਗੁਰੂ ਕਹਿੰਦੇ ਬਾਬਾ ਜੈ ਘਰ ਕਰਤੇ ਕੀਰਤ ਹੋਏ, ਜਿਸ ਘਰ ਦੇ ਵਿੱਚ ਵਾਹਿਗੁਰੂ ਦੀ ਕੀਰਤੀ ਹੁੰਦੀ ਹੈ, ਸੋ ਘਰ ਰਾਖ ਵਡਾਈ ਤੋਏ, ਉਸ ਘਰ ਨੂੰ ਸੰਭਾਲ ਕੇ ਰੱਖ, ਤੇਰੀ ਵਡਿਆਈ ਇਸ ਗੱਲ ਦੇ ਵਿੱਚ ਹੈ। ਫਿਰ ਸਤਿਗੁਰੂ ਉਸੇ ਚੀਜ਼ ਨੂੰ ਸਮਝਾਉਂਦੇ ਨੇ ਵੀ ਸੰਸਾਰ ਦੇ ਵਿੱਚ ਵੱਖ-ਵੱਖ ਚੀਜ਼ਾਂ ਨੂੰ ਵੇਖ, ਪਰ ਧਿਆਨ ਤੇਰਾ ਇੱਕ ਮਾਲਕ ਦੇ ਵੱਲ ਜਾਣਾ ਚਾਹੀਦਾ ਹੈ। ਵਿਸਵੇ ਅੱਖ 15 ਵਾਰ ਬਲਿੰਕ ਕਰੇ ਅਤੇ ਇੱਕ ਵਿਸਾ ਬਣਦਾ ਹੈ, 30 ਵਿਸੇ ਹੋਣ ਅਤੇ ਇੱਕ ਚਸਾ ਬਣ ਜਾਂਦਾ ਹੈ। ਫਿਰ ਸਤਿਗੁਰੂ ਕਹਿੰਦੇ ਵਿਸਵੇ ਚਸਿਆਂ ਇਸ ਸਮੇਂ ਨੂੰ ਮਾਪਿਆ ਜਾਂਦਾ ਸੀ। ਅੱਜ ਕੱਲ੍ਹ ਤਾਂ ਸਾਡੇ ਕੋਲ ਸੈਕਿੰਡ ਆ ਗਏ ਨੇ, ਮਿੰਟ ਆ ਗਏ ਨੇ, ਉਦੋਂ ਇਸ ਤਰ੍ਹਾਂ ਹੀ ਮਾਪਿਆ ਜਾਂਦਾ ਸੀ ਵੀ ਅੱਖ ਝਮਕੀ ਹੈ ਇੰਨੀ ਵਾਰ। ਇਹ ਪੁਰਾਣੇ ਸਮੇਂ ਦੇ ਵਿੱਚ ਸਮਾਂ ਇੱਦਾਂ ਨਾਪਿਆ ਜਾਂਦਾ ਸੀ, ਪਹਿਰ, ਘੜੀ, ਵਾਰ, ਮਹੀਨਾ, ਸਾਲ ਇੱਦਾਂ ਬਣ ਜਾਂਦੇ ਨੇ। ਘੜੀ 60 ਪਾਲ ਹੋਣ 'ਤੇ ਇੱਕ ਘੜੀ ਬਣ ਜਾਂਦੀ ਹੈ। ਪਹਿਰ 7.5 ਘੜੀਆਂ ਦਾ ਇੱਕ ਪਹਿਰ ਬਣ ਜਾਂਦਾ ਹੈ। ਥਿੱਤ ਚੰਦਰਮਾ 15 ਦਿਨ ਵੱਧਦਾ ਹੈ, 15 ਦਿਨ ਘਟਦਾ ਹੈ ਲਗਭਗ। ਇਸ ਚੀਜ਼ ਦੇ ਵਿੱਚ ਫਿਰ ਜਦੋਂ ਚੰਦਰਮਾ ਵੱਧਦਾ ਘਟਦਾ ਹੈ ਉਹਨੂੰ ਥਿੱਤਾਂ ਕਿਹਾ ਜਾਂਦਾ ਹੈ। ਵਾਰ ਹਫਤੇ ਦੇ ਦਿਨ ਜਿਹੜੇ ਹੁੰਦੇ ਨੇ, ਹਫਤੇ ਦਾ ਮਤਲਬ ਵੈਸੇ 7 ਹੁੰਦਾ ਹੈ। ਵਾਰੀ ਜਿਹੜੇ ਵਾਰ ਨੇ, ਮਾਹ ਮਹੀਨਾ। ਸਤਿਗੁਰੂ ਕਹਿੰਦੇ ਵਿਸਾ ਹੋਵੇ, ਚਸਾ ਹੋਵੇ, ਘੜੀ ਹੋਵੇ, ਪਹਿਰ ਹੋਵੇ, ਤਰੀਕ ਹੋਵੇ, ਵਾਰ ਹੋਵੇ, ਇਹ ਸਾਰੇ ਮਿਲ ਕੇ ਕੀ ਬਣਾ ਦਿੰਦੇ ਨੇ? ਇੱਕ ਮਹੀਨਾ ਬਣਾ ਦਿੰਦੇ ਨੇ। ਇਹ ਸਾਰੇ ਇਕੱਠੇ ਹੋ ਜਾਣ ਅਤੇ ਇੱਕ ਮਹੀਨਾ ਬਣ ਜਾਂਦਾ ਹੈ। ਬਿਲਕੁਲ ਇੱਦਾਂ ਸੂਰਜ ਇੱਕੋ, ਰੁੱਤ ਅਨੇਕ। ਕਿੰਨੀਆਂ ਰੁੱਤਾਂ ਆਉਂਦੀਆਂ ਨੇ? 6 ਰੁੱਤਾਂ ਦਾ ਜ਼ਿਕਰ ਤਾਂ ਸਾਡੇ ਸਾਹਿਤ ਦੇ ਵਿੱਚ ਹੈ, ਸਾਡੇ ਇੰਡੀਆ ਦੇ ਸਮੇਂ ਦੇ ਵਿੱਚ ਹੈ। 6 ਰੁੱਤਾਂ ਤਾਂ ਇੱਥੇ ਆਉਂਦੀਆਂ ਨੇ, ਪਰ ਇਹ ਆਉਂਦੀਆਂ ਨੇ ਜਦੋਂ ਰੁੱਤਾਂ, ਅਤੇ ਥੋੜ੍ਹਾ ਵੀ ਸੂਰਜ ਬਦਲ ਜਾਂਦਾ। ਸੂਰਜ ਤਾਂ ਉਹੀ ਰਹਿੰਦਾ ਹੈ। ਹੁਣ ਵੀ ਸੂਰਜ ਇਹੋ ਹੀ ਹੈ, ਸੂਰਜ ਦਸੰਬਰ ਦੇ ਵਿੱਚ ਵੀ ਉਹੀ ਰਹੇਗਾ। ਹੁਣ ਵੀ ਸੂਰਜ ਇਹੋ ਹੀ ਹੈ, ਸੂਰਜ ਮਾਰਚ ਅਪ੍ਰੈਲ ਦੇ ਵਿੱਚ ਵੀ ਉਹੀ ਰਹਿਣਾ ਸੀ। ਦਾਤਾਰ ਕਹਿੰਦੇ ਸੂਰਜ ਇੱਕੋ, ਜਿੱਦਾਂ ਸੂਰਜ ਇੱਕ ਹੁੰਦਾ ਹੈ ਪਰ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਡਾਈਵਰਸਿਟੀ ਚੱਲਦੀ ਰਹਿੰਦੀ ਹੈ, ਵਿਭਿੰਨਤਾ ਚੱਲਦੀ ਰਹਿੰਦੀ ਹੈ। ਇੱਕ ਜਾਣਾ ਰੂਪ ਬਦਲਦਾ ਰਹਿੰਦਾ ਹੈ, ਦੂਸਰਾ ਤੀਸਰੇ ਨਾਲ ਨਹੀਂ ਮਿਲਦਾ, ਇੱਕ ਬਨਸਪਤੀ ਦਾ ਪੱਤਾ ਦੂਸਰੇ ਨਾਲ ਨਹੀਂ ਮਿਲਦਾ। ਇਹ ਸੰਸਾਰ ਦੇ ਵਿੱਚ ਚੱਲਦਾ ਹੀ ਰਹਿੰਦਾ ਹੈ। ਸਾਰਾ ਸੰਸਾਰ ਇੱਕੋ ਜਿਹਾ ਕਦੀ ਨਹੀਂ ਬਣਦਾ। ਸੂਰਜ ਇੱਕੋ, ਰੁੱਤ ਅਨੇਕ। ਜਿੱਦਾਂ ਸੂਰਜ ਇੱਕੋ ਹੁੰਦਾ ਹੈ ਪਰ ਰੁੱਤਾਂ ਕਈ ਹੋ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਇਹ ਸਮਝ ਨਾਨਕ ਕਰਤੇ ਕੇ ਕੀਤੇ ਵੇਸ। ਇਹ ਸਮਝ ਇਸ ਗੱਲ ਨੂੰ ਵੀ ਇਹ ਨਾਨਕ ਜਿਹੜਾ ਕਰਤਾ ਪੁਰਖ ਹੈ ਨਾ, ਵਾਹਿਗੁਰੂ ਹੈ, ਅੱਜ ਜਿੰਨੀ ਵੀ ਦੁਨੀਆ ਹੈ ਉਹ ਹੈ ਇੱਕ ਹੀ ਹੈ ਮਾਲਕ, ਪਰ ਉਹਦੇ ਵੇਸ ਵੇਖ ਕਿੰਨੇ ਨੇ, ਉਹਦੇ ਪਹਿਰਾਵੇ ਵੇਖ ਕਿੰਨੇ ਨੇ। ਔਰ ਕਿੱਦਾਂ ਕੋਈ ਇਹ ਨਾ ਸਮਝ ਲਏ ਵੀ ਜਿੰਨੇ ਬੈਠੇ ਨੇ ਸਾਰੇ ਰੱਬ ਹੀ ਬੈਠੇ ਨੇ ਉਹਨੂੰ ਸਰਗੁਣ ਰੂਪ ਦੇ ਵਿੱਚ। ਉਹਦੇ ਲਈ ਗੁਰੂ ਸਾਹਿਬ ਨੇ ਅੱਗੇ ਗੱਲ ਕਰ ਦਿੱਤੀ, ਜਿਹੜੀ ਕੱਲ੍ਹ ਦੇ ਸ਼ਬਦ ਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਕਹਿੰਦੇ ਨੇ ਭਾਈ ਜਿੰਨੀਆਂ ਵੀ ਚੀਜ਼ਾਂ ਵੇਖੋਗੇ ਤੁਹਾਨੂੰ ਵੇਖਣ ਦੀ 2 ਨਜ਼ਰ ਆ ਰਹੀਆਂ ਨੇ, ਪਰ ਉਹਨਾਂ ਦੇ ਪਿੱਛੇ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਕੰਮ ਕਰਦਾ ਪਿਆ ਹੈ। ਸੰਗਤ ਦੇ ਵਿੱਚ ਬੈਠ ਅਤੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ। ਸਾਰਾ ਸੰਸਾਰ ਵੇਖ, ਪਰ ਇਸ ਸੰਸਾਰ ਨੂੰ ਵੇਖਦਿਆਂ ਵੇਖਦਿਆਂ
ਤੈਨੂੰ ਰੱਬ ਜਿਹੜਾ ਹੈ ਉਹ ਇੱਕ ਨਜ਼ਰ ਆਉਣ ਲੱਗ ਪਵੇ, ਉਹ ਇੱਕ ਜਿਹੜਾ ਹੈ ਉਹ ਅਨੇਕਾਂ ਦੇ ਵਿੱਚ ਤੈਨੂੰ ਨਜ਼ਰ ਆਉਣ ਲੱਗ ਪਵੇ, ਫਿਰ ਤੂੰ ਸੰਗਤ ਦੇ ਵਿੱਚ ਬੈਠਣਾ ਸਿੱਖਿਆ ਹੈ। ਅਤੇ ਸੰਗਤ ਇਸ ਕਰਕੇ ਨਾ ਛੱਡ ਕਿ ਪਤਾ ਨਹੀਂ ਸੰਗਤ ਦੇ ਵਿੱਚ ਕਿੱਦਣ ਵਾਹਿਗੁਰੂ ਦੀ ਕਿਰਪਾ ਇਹ ਵਾਪਰ ਜਾਵੇ ਕਿ ਤੇਰੇ ਨਾਲ ਜ਼ਿੰਦਗੀ ਦੇ ਵਿੱਚ ਇਹ ਗੱਲ ਬਣ ਜਾਵੇ ਕਿ ਤੂੰ ਜ਼ਿੰਦਗੀ ਦੇ ਵਿੱਚ ਜਿਸ ਪਾਸੇ ਤੂੰ ਸੋਚਦਾ ਪਿਆ ਹੈ, ਗੁਰੂ ਮਹਾਰਾਜ ਆਪਣੀ ਬਖਸ਼ਿਸ਼ ਕਰੇ ਤੇਰੀ ਸੋਚ ਨੂੰ ਹੀ ਇੱਕ ਨਵਾਂ ਮੋੜ ਦੇ ਦੇਣ ਅਤੇ ਤੂੰ ਸੋਚਣਾ ਹੀ ਆਪਣਾ ਬਿਲਕੁਲ ਦੂਸਰੇ ਪਾਸੇ ਦਾ ਕਰ ਦੇਵੇਂ। ਇਹ ਸੰਗਤ ਦਾ ਗੁਣ ਹੈ, ਜਿਹਨੂੰ ਦਾਤਾਰ ਕਹਿੰਦੇ ਸੰਗਤ ਕਾ ਗੁਣ ਬਹੁ ਅਧਿਕਾਈ, ਪੜ ਸੂਆ ਗਨਕ ਉਦਾਰੇ। ਮੁੱਖ ਤੌਰ ਦੇ ਉੱਤੇ ਅਸੀਂ ਇਸ ਵਿਚਾਰ ਨੂੰ ਸੰਗਤ ਦੇ ਕੋਸ਼ਿਸ਼ ਕਰੀ ਸਾਡੀ ਰੂਟੀਨ ਬਣ ਜਾਵੇ। ਫਿਰ ਆ ਕੇ ਇਹ ਸਮਝਣਾ ਵੀ ਜਿੰਨਾ ਸੰਸਾਰ ਹੈ ਇਹ ਦਿਸਦਾ ਵੱਖ-ਵੱਖ ਰੂਪਾਂ ਦੇ ਵਿੱਚ ਹੈ, ਪਰ ਅਸਲ ਦੇ ਵਿੱਚ ਇੱਕ ਮਾਲਕ ਦਾ ਹੀ ਰੂਪ ਹੈ। ਇਸ ਸੰਸਾਰ ਨੂੰ ਵੇਖ ਕੇ ਅਸੀਂ ਉਸ ਇੱਕ ਦੇ ਵੱਲ ਆਉਣ ਦੀ ਕੋਸ਼ਿਸ਼ ਕਰੀਏ। ਗੁਰੂ ਬਖਸ਼ਿਸ਼ ਦੇ ਸਦਕਾ ਇਹ ਸ਼ਬਦ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸੰਤ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।